ਨਜ਼ਰੀਆ ਦੀ ਡੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਨ ਸਰਕਾਰ ਦੇ ਉੱਤੇ ਲਗਾਤਾਰ ਦਬਾਅ ਬਣਿਆ ਹੋਇਆ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ, ਖਾਸ ਤੌਰ ਤੇ ਸਿੱਧੂ ਮੂਸੇਵਾਲਾ ਦੇ ਜਿਹੜੇ ਕਾਤਲ ਹੈ ਉਹਨਾਂ ਦੀ ਗ੍ਰਿਫਤਾਰੀ ਜਾਂ ਸੱਚ ਸਾਹਮਣੇ ਲਿਆਉਣ ਦਾ ਮੁੱਦਾ ਤਾਂ ਹੈ ਹੀ ਹੈ। ਜਿਸ ਤਰ੍ਹਾਂ ਜਦੋਂ ਆਪਾਂ ਡਿਬੇਟ 'ਚ ਬੈਠੇ ਹਾਂ ਤਾਂ ਮਹਾਰਾਸ਼ਟਰ 'ਚ ਜਿਹੜੀ ਪੁਲਿਸ ਹੈ ਉਸਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਸੰਤੋਸ਼ ਜਾਦਵ ਤੇ ਉਸਦੇ ਇੱਕ ਸਾਥੀ ਨੂੰ ਗੁਜਰਾਤ ਤੋਂ ਕਾਬੂ ਕੀਤਾ ਗਿਆ। ਕਿਹਾ ਜਾਂਦਾ ਹੈ ਕਿ ਦੋਨੇ ਸਿੱਧੂ ਮੂਸੇਵਾਲਾ ਦੇ ਸਿੱਧੇ ਤੌਰ ਤੇ ਕਾਤਲ ਹੈ, ਉਹਦੇ ਕਤਲ ਦੇ ਵਿੱਚ ਸ਼ਾਮਲ ਸੀ। ਕਿ ਇਹਦੇ ਨਾਲ ਸੱਚ ਸਾਹਮਣੇ ਆਏਗਾ, ਬਹੁਤ ਵੱਡਾ ਸਵਾਲ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਦੂਜੀਆਂ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਜਿਹੜਾ ਹੈਗਾ ਮਾਨ ਸਰਕਾਰ ਨੂੰ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਜਿਸ ਤਰ੍ਹਾਂ ਘੇਰਿਆ ਜਾ ਰਿਹਾ ਹੈ, ਅੱਜ ਵੀ ਭਾਜਪਾ ਵੱਲੋਂ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਰੋਸ ਵਿਖਾਵੇ ਕੀਤੇ ਗਏ ਅਮਨ ਕਾਨੂੰਨ ਦੀ ਸਥਿਤੀ ਦੇ ਮੁੱਦਿਆਂ ਨੂੰ ਲੈ ਕੇ। ਜਦੋਂ ਇੱਕ ਸਵਾਲ ਹੈ ਹਾਕਮ ਧਿਰ ਦਾ, ਹਾਕਮ ਧਿਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਭਾਜਪਾ ਜਿੰਨਾ ਪੰਜਾਬ ਦਾ ਫਿਕਰ ਕਰਦੀ ਹੈ, ਜੇ ਦੇਸ਼ ਦਾ ਫਿਕਰ ਕਰੇ ਤਾਂ ਬਹੁਤ ਮਸਲੇ ਹੱਲ ਹੋ ਸਕਦੇ ਆ। ਖਾਸ ਤੌਰ 'ਤੇ ਜਿੱਦਾਂ ਦੇਸ਼ ਦੀਆਂ ਰਾਜਧਾਨੀਆਂ 'ਚ ਕਈ ਥਾਵਾਂ 'ਤੇ ਬਲਡੋਜ਼ਰ ਚੱਲ ਰਹੇ ਹੈ, ਵਾਇਲੈਂਸ ਹੋ ਰਹੀ ਹੈ, ਉਹ ਪੰਜਾਬ ਨਾਲੋਂ ਕਿਤੇ ਜ਼ਿਆਦਾ ਵੱਡਾ ਜਵਾਬ ਮੰਗਦੇ ਹੈ। ਖੈਰ, ਨਜ਼ਰੀਆ ਆਪਣਾ ਆਪਣਾ ਹੈ। ਇਹਨਾਂ ਮੁੱਦਿਆਂ ਦੇ ਮੇਰੇ ਨਾਲ ਪੈਨਲ ਚਰਚਾ ਜਿਹੜੇ ਸਾਡੇ ਖਾਸ ਮਹਿਮਾਨ ਆਪਣੀ ਬੇਨਤੀ ਪ੍ਰਵਾਨ ਕਰਕੇ ਜੁੜੇ ਹੈ। ਕਮਰ ਹਰਪ੍ਰੀਤ ਸਿੰਘ ਜੀ ਕਾਂਗਰਸ ਪਾਰਟੀ ਦੇ ਬੁਲਾਰੇ ਹੈ, ਆਪਣੇ ਨਾਲ ਆ ਰਹੇ ਨੇ। ਇਸੇ ਤਰੀਕੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਬੁਲਾਰੇ ਰਮਨ ਚਾਂਦੀ ਜੀ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਐਸ ਚੰਨੀ ਜੀ, ਪ੍ਰਸ਼ਾਸਕੀ ਤੌਰ 'ਤੇ ਵੀ ਆਪਣਾ ਇੱਕ ਲੰਬਾ ਤਜਰਬਾ ਰੱਖਦੇ ਹੈ ਪ੍ਰੋਫੈਸਰ ਮਨਜੀਤ ਸਿੰਘ, ਰਾਜਸੀ ਵਿਸ਼ਲੇਸ਼ਕ, ਜਾਣੀ ਪਛਾਣੀ ਹਸਤੀ। ਸਾਰੇ ਮਹਿਮਾਨਾਂ ਨੂੰ ਤੁਹਾਡੇ ਵੱਲੋਂ ਮੈਂ ਪੈਨਲ 'ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਰਮਨ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਜਿਸ ਤਰ੍ਹਾਂ ਦੀਆਂ ਸਥਿਤੀਆਂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਬਦਲਦੀਆਂ ਨਜ਼ਰ ਆ ਰਹੀਆਂ, ਜਿੱਦਾਂ ਅੱਜ ਲੇਟੈਸਟ ਜਿਹੜਾ ਹੈ 2 ਕਾਤਲ ਫੜੇ ਜਾਣ ਦੀ ਗੱਲ ਜਿਹੜੀ ਹੈਗੀ ਹੈ ਸਾਹਮਣੇ ਆਈ ਹੈ। ਇਨਵੈਸਟੀਗੇਸ਼ਨ 'ਚ ਹੋਰ ਕਈ ਮਾਮਲੇ ਹੋ ਸਕਦਾ ਹੈ, ਇੱਕ ਦਿਨ ਤੱਕ ਸਾਹਮਣੇ ਆ ਜਾਣਗੇ, ਪਰ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਦਬਾਅ ਬਣਾ ਰਿਹਾ ਇਸ ਮੁੱਦੇ ਤੋਂ ਲੈ ਕੇ ਕਿ ਅਮਨ ਕਾਨੂੰਨ ਦੀ ਸਥਿਤੀ ਪੰਜਾਬ ਦੇ ਵਿੱਚ ਬਹੁਤ ਵੱਧ ਤੋਂ ਬਦਤਰ ਹੁੰਦੀ ਜਾ ਰਹੀ ਹੈ। ਜੀ ਰਮਨ ਜੀ। ਦੇਖੋ ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੂੰਗਾ ਕਿ ਪੰਜਾਬ ਦੀ ਪੁਲਿਸ ਹੈ ਜਿਹੜੀ ਪੂਰੇ ਵਰਲਡ ਦੇ ਵਿੱਚ ਮੰਨੀ ਹੋਈ ਹੈ। ਠੀਕ ਹੈ, ਕਈ ਕੇਸਾਂ ਦੇ ਵਿੱਚ ਲੈ ਕੇ ਦੇਰੀ ਸਵੇਰੀ ਕਿਤੇ ਨਾ ਕਿਤੇ ਹੋ ਜਾਂਦੀ ਹੈ, ਕਿਉਂਕਿ ਇਹ ਜਿਹੜਾ ਸਿੱਧੂ ਮੂਸੇਵਾਲਾ ਜੀ ਦਾ ਕਤਲ ਦਾ ਜਿਹੜਾ ਮਾਮਲਾ ਹੈ ਬੜਾ ਹਾਈਲਾਈਟਡ ਮਸਲਾ, ਬਹੁਤ ਗੰਭੀਰ ਮਸਲਾ ਹੈ, ਕਿਉਂਕਿ ਉਹਨਾਂ ਦੇ ਜਿੰਨੇ ਵੀ ਕਲਪ੍ਰਿਟਸ ਨੇ ਉਹ ਫੜੇ ਜਾਣੇ ਚਾਹੀਦੇ ਨੇ ਤਾਂ ਕਿ ਉਹਨਾਂ ਨੂੰ ਜਿਹੜੀਆਂ ਬਣਦੀਆਂ ਸਜ਼ਾਵਾਂ ਨੇ ਉਹ ਦਿੱਤੀਆਂ ਜਾ ਸਕਣ। ਮਾਨ ਸਾਹਿਬ, ਮਾਨਯੋਗ ਮੁੱਖ ਮੰਤਰੀ ਪੰਜਾਬ ਵੀ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਕਈ ਗੱਲਾਂ ਹੁੰਦੀਆਂ ਨੇ ਕਿ ਪੰਜਾਬ ਦੀ ਪੁਲਿਸ ਮੀਡੀਆ ਦੇ ਸਾਹਮਣੇ ਆ ਕੇ ਬੜੀ ਬਰੀਕੀ ਨਾਲ ਸਾਰੀਆਂ ਗੱਲਾਂ ਕਈ ਵਾਰ ਨਹੀਂ ਦੱਸ ਸਕਦੀ ਹੁੰਦੀ, ਕਿਉਂਕਿ ਇਹਨਾਂ ਜਿਹੜੀਆਂ ਏਜੰਸੀਆਂ ਦੇ ਰਾਹੀਂ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ ਉਹਨਾਂ ਤੇ ਅਸਰ ਪੈਣ ਦਾ ਡਰ ਹੁੰਦਾ। ਸੋ ਅੱਜ ਮਹਾਰਾਸ਼ਟਰ ਦੀ ਪੁਲਿਸ ਨੇ ਜੋ ਕੁਝ ਵੀ ਜਿਹੜੇ ਮੇਨ ਕਲਪ੍ਰਿਟ ਸੀ, ਦੇਖੋ ਕਈ ਜਿਨ੍ਹਾਂ ਨੇ ਹੈਲਪ ਕੀਤੀ, 8 ਕਲਪ੍ਰਿਟ ਸੀਗੇ ਜਿਹੜੇ ਉਹ ਪੰਜਾਬ ਪੁਲਿਸ ਨੇ ਪਹਿਲਾਂ ਹੀ ਫੜ ਲਏ ਸੀ। ਕਿਸੇ ਨੇ ਗੱਡੀਆਂ ਮੁਹੱਈਆ ਕਰਵਾਈਆਂ, ਕਿਸੇ ਨੇ ਅਸਲਾ ਮੁਹੱਈਆ ਕਰਵਾਇਆ, ਕਿਸੇ ਨੇ ਰੇਕੀ ਕੀਤੀ ਹੈ ਜੀ। ਇਹ ਜਿਹੜੇ ਦੋਨੋਂ ਮੁਲਜ਼ਮ ਨੇ ਇਹਨਾਂ ਨੇ ਬਕਾਇਦਾ ਆਪਣੇ ਹੱਥਾਂ ਨਾਲ ਫਾਇਰਿੰਗ ਕੀਤੀ ਹੈ ਸਿੱਧੂ ਮੂਸੇਵਾਲੇ ਦੇ ਉੱਪਰ। ਸੋ ਜਿਹੜੇ ਗੁਜਰਾਤ ਤੋਂ ਇਹ ਦੋਨੋਂ ਫੜੇ ਗਏ ਨੇ, ਇਹ ਸਾਰਾ ਕੁਝ ਪੰਜਾਬ ਪੁਲਿਸ ਦੇ ਪੂਰੇ ਜੁਆਇੰਟ, ਇੱਕ ਤਰ੍ਹਾਂ ਦਾ ਜੁਆਇੰਟ ਆਪਰੇਸ਼ਨ ਹੁੰਦਾ ਜਦੋਂ ਅਲੱਗ-ਅਲੱਗ ਸਟੇਟਾਂ ਦੀ ਜਿੰਨੀਆਂ ਵੀ ਪੁਲਿਸ ਦੇ ਅਫਸਰ ਸਾਹਿਬਾਨ ਹੁੰਦੇ ਨੇ ਉਹ ਇੱਕ ਦੂਜੇ ਨਾਲ ਕਮਿਊਨੀਕੇਟ ਕਰਦੇ ਨੇ, ਔਰ ਕਮਿਊਨੀਕੇਟ ਕਰਨ ਤੋਂ ਬਾਅਦ ਉਸ ਸਿੱਟੇ ਤੇ ਪਹੁੰਚਿਆ ਜਾਂਦਾ ਹੁੰਦਾ ਕਿ ਕਿਸ ਤਰ੍ਹਾਂ ਇਹਨਾਂ ਨੂੰ ਪਕੜਨਾ ਔਰ ਇਹ ਕਿਹਦੇ ਨਾਲ ਲਿੰਕ ਦੇ ਵਿੱਚ ਅੱਗੇ ਦੀ ਅੱਗੇ ਇਹ ਵੱਧਦੇ ਨੇ। ਸੋ ਵਧਾਈ ਦੀ ਪਾਤਰ ਹੈ ਮਹਾਰਾਸ਼ਟਰ ਦੀ ਪੁਲਿਸ ਵੀ ਔਰ ਪੰਜਾਬ ਦੀ ਪੁਲਿਸ ਵੀ ਕਿ ਉਹਨਾਂ ਨੇ ਮੇਨ ਜਿਹੜੇ ਕਲਪ੍ਰਿਟਸ ਨੇ ਉਹਨਾਂ ਨੂੰ ਫੜਿਆ। ਰਹੀ ਗੱਲ ਪੰਜਾਬ ਅਮਨ ਤੇ ਕਾਨੂੰਨ ਦੀ ਸਥਿਤੀ ਦੀ, ਦੇਖੋ ਇਹ ਜਿਹੜਾ ਗੈਂਗਸਟਰ ਵਾਦ ਹੈ ਪੰਜਾਬ ਦੇ ਵਿੱਚ ਚੱਲਿਆ, ਇਹ ਕੋਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਹੀਂ ਚੱਲਿਆ ਹੈ। ਇਹ ਗੈਂਗਸਟਰ ਜਿਹੜੇ ਨੇ ਇਹਨਾਂ ਰਵਾਇਤੀ ਪਾਰਟੀਆਂ ਵੱਲੋਂ ਹੀ ਦਿੱਤੇ ਗਏ ਨੇ। ਇਹ ਸਮੇਂ-ਸਮੇਂ ਇਹਨਾਂ ਗੈਂਗਸਟਰਾਂ ਨੂੰ ਯੂਜ਼ ਕਰਦੇ ਸੀ ਵੋਟਾਂ ਵੇਲੇ, ਚੋਣਾਂ ਵੇਲੇ, ਚਾਹੇ ਚੋਣਾਂ ਛੋਟੀਆਂ ਹੋਣ ਚਾਹੇ ਵੱਡੀਆਂ ਹੋਣ। ਭਾਜਪਾ ਨੂੰ ਤਾਂ ਮੈਂ ਇਹੀ ਕਹੂੰਗਾ, ਜਿਸ ਤਰ੍ਹਾਂ ਅੱਜ ਪੰਜਾਬ ਦੇ ਵਿੱਚ ਜ਼ਿਲ੍ਹਿਆਂ ਦੇ ਲੈਵਲ ਤੇ ਧਰਨਾ ਭਾਜਪਾ ਦੇ ਰਹੀ ਹੈ, ਕਿ ਸਭ ਤੋਂ ਪਹਿਲਾਂ ਤਾਂ ਦੇਖੋ ਜੰਮੂ ਕਸ਼ਮੀਰ ਤੋਂ ਲੈ ਕੇ ਉਧਰ ਯੂਪੀ, ਪੱਛਮੀ ਬੰਗਾਲ ਤੱਕ ਕਿਸ ਤਰ੍ਹਾਂ
ਵਾਇਓਲੈਸ਼ਨ ਫੈਲਿਆ ਹੋਇਆ ਉਹਨਾਂ ਗੱਲਾਂ ਵੱਲ ਧਿਆਨ ਦੇਵੇ। ਇਹਨਾਂ ਨੇ ਆਪਣੇ ਇੱਕ ਪ੍ਰਵਕਤਾ ਨੂਪੁਰ ਜੀ ਦੇ ਪੈਗੰਬਰ ਸਾਹਿਬ ਜੀ ਦੇ ਬਿਆਨ ਦੇ ਉੱਤੇ ਕਿੰਨਾ ਕੁਛ ਕਰਤਾ ਕਿ ਵਰਲਡ ਲੈਵਲ ਤੇ ਭਾਰਤ ਦੀ ਨਿਖੇਧੀ ਹੋਈ ਹੈ, ਭਾਜਪਾ ਦੀ ਨਿਖੇਧੀ ਹੋਈ ਹੈ। ਸੋ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਕਹਿ ਕੇ ਚੁੱਕੇ ਹੋ ਕਿ ਕਿਵੇਂ ਦੇਸ਼ ਦੀਆਂ ਵੱਡੀਆਂ ਵੱਡੀਆਂ ਰਾਜਧਾਨੀਆਂ ਦੇ ਵਿੱਚ ਬੁਲਡੋਜ਼ਰ ਚੱਲ ਰਹੇ ਨੇ, ਇਹ ਸਾਰਾ ਕੁਝ ਮੁੱਦਾ ਭੜਕਾਉਣ ਲਈ ਅੱਜ ਭਾਜਪਾ ਪੰਜਾਬ ਦੇ ਵਿੱਚ ਜੋ ਕੁਝ ਕਰ ਰਹੀ ਹੈ, ਇਹ ਸਿਰਫ ਇਸੇ ਕਰਕੇ ਆ ਕਿ ਕਿਵੇਂ ਨਾ ਕਿਵੇਂ ਅਸੀਂ ਪਹਿਲੀ ਪੌੜੀ ਪੰਜਾਬ ਦੇ ਵਿੱਚ ਚੜ੍ਹਨ ਜੋਗੀ ਹੋਈ ਹੈ, ਕਿਉਂਕਿ ਭਾਜਪਾ ਨੂੰ ਹਲੇ ਵੀ ਪੰਜਾਬ ਦੇ ਅੰਦਰ ਕੋਈ ਪਸੰਦ ਨਹੀਂ ਕਰ ਰਿਹਾ। ਜੀ ਰਮਨ ਜੀ, ਤੁਹਾਡਾ ਦੇ ਹੱਥ ਵਾਲੇ ਸਭ ਕੁਝ ਲੱਗਣਾ। ਜੀ ਰਮਨ ਜੀ, ਵਿਊ ਪੁਆਇੰਟ ਆ ਗਿਆ। ਮੈਂ ਫਿਰ ਵੀ ਆਵਾਂਗਾ ਤੁਹਾਡੇ ਵਾਲੇ ਇਸ ਮੁੱਦੇ ਤੇ, ਵੱਡਾ ਮੁੱਦਾ ਆਪਾਂ ਫਿਰ ਵੀ ਇਸ ਮਾਮਲੇ ਤੇ ਗੱਲ ਕਰਾਂਗੇ। ਚੰਨੀ ਸਾਹਿਬ, ਸਿੱਧੇ ਤੌਰ ਤੇ ਸਵਾਲ ਮੈਂ ਤੁਹਾਡੇ ਤੋਂ, ਕਿਉਂਕਿ ਗੱਲ ਜਿਹੜੀ ਇੱਕ ਤਾਂ ਭਾਜਪਾ ਨੇ ਅੱਜ ਪ੍ਰਦਰਸ਼ਨ ਕੀਤਾ ਹੈ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ, ਉਹ ਤਾਂ ਹਾਈ ਹੈ, ਪਰ ਮਹਾਰਾਸ਼ਟਰ ਦੀ ਪੁਲਿਸ ਨੇ ਜਿਹੜੇ 2 ਕਾਤਲ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਫੜੇ ਹੈ, ਉਹਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਵੱਡੀ ਇੱਕ ਤਰੀਕੇ ਨਾਲ ਇਸ ਮਾਮਲੇ 'ਚ ਇੱਕ ਸਟੈਪ ਜਾਂ ਪਲਾਨ ਕਹਿ ਲਓ ਜਾਂ ਪ੍ਰਾਪਤੀ ਕਹਿ ਲਓ ਹੋਈ ਹੈ ਕਿ ਕਿਸ ਤਰੀਕੇ ਨਾਲ ਸੱਚਾਈ ਹੁਣ ਜਿਹੜੀ ਹੈਗੀ ਹੈ ਸਾਹਮਣੇ ਆਉਣ ਲੱਗੀ ਹੈ। ਉਹ ਤਾਂ ਵੱਡੀ ਕਾਰਵਾਈ ਹੋਈ ਹੈ। ਔਰ ਦੂਜੇ ਪਾਸੇ ਭਾਜਪਾ ਨੂੰ ਵੀ ਆਪ ਵੱਲੋਂ ਚੁਣੌਤੀ ਦਿੱਤੀ ਜਾ ਰਹੀ ਹੈ ਕਿ ਤੁਸੀਂ ਗੱਲ ਕਰਦੇ ਹੋ ਪੰਜਾਬ ਦੀ, ਬਾਕੀ ਦੇਸ਼ 'ਚ ਵੀ ਨਿਗਾਹ ਮਾਰੋ ਕੀ ਹੋ ਰਿਹਾ। ਜੀ ਚੰਨੀ ਸਾਹਿਬ, ਦੇਖੋ ਸਿੱਧੂ ਸਾਹਿਬ, ਗੱਲ ਇਹ ਹੈਗੀ ਹੈ ਕਿ ਆਪਾਂ ਪਹਿਲਾਂ ਤਾਂ ਪੰਜਾਬ ਦੀ ਗੱਲ ਕਰੀ। ਆਪਣਾ ਜਿਹੜਾ ਮੁੱਦਾ ਹੈਗਾ ਉਹ ਪੰਜਾਬ ਦਾ ਅਮਨ ਕਾਨੂੰਨ ਤੇ ਸ਼ਾਂਤੀ ਦਾ ਮੁੱਦਾ ਹੈ। ਜਦੋਂ ਦਾ ਇਹ ਉੱਤੇ ਵਾਲੇ ਸਿੱਧੂ ਸਾਹਿਬ ਦਾ ਕਤਲ ਹੋਇਆ ਹੈ ਕਿ ਉਹ ਜਿਹੜਾ ਗੈਂਗਵਾਰ ਸ਼ੁਰੂ ਹੋ ਗਿਆ, ਉਹ ਪਹਿਲਾਂ ਜਦੋਂ ਸਰਕਾਰਾਂ ਕੁਛ ਚੰਗੀਆਂ ਸੀਗੀਆਂ, ਜ਼ੋਰ ਵਾਲੀਆਂ ਸੀਗੀਆਂ, ਐਕਸਪੀਰੀਅੰਸ ਸੀਗੀਆਂ, ਮੈਚਿਓਰ ਸੀਗੀਆਂ, ਕਮਜ਼ੋਰ ਨਹੀਂ ਸੀਗੀਆਂ ਔਰ ਉਹਨਾਂ ਨੂੰ ਕਿਤੋਂ ਹਦਾਇਤਾਂ ਨਹੀਂ ਲੈਣੀਆਂ ਪੈਂਦੀਆਂ ਸੀ, ਤੇ ਇੱਥੋਂ ਦੀ ਪੁਲਿਸ ਤੇ ਬਿਊਰੋਕ੍ਰੇਸੀ ਇੰਡੀਪੈਂਡੈਂਟਲੀ ਕੰਮ ਕਰਦੀ ਸੀ, ਉਦੋਂ ਤੱਕ ਚਾਹੇ ਗੈਂਗਵਾਦ ਪਹਿਲਾਂ ਵੀ ਸੀਗਾ ਪਰ ਉਹ ਸਿਰ ਨਹੀਂ ਕੱਢ ਉਹਨਾਂ ਸਿਰ ਨਹੀਂ ਚੁੱਕਿਆ। ਉਹਨਾਂ ਨੇ ਹਰ ਤਰ੍ਹਾਂ ਦਾ ਐਲੀਮੈਂਟ ਹਮੇਸ਼ਾ ਰਹਿੰਦਾ ਸੋਸਾਇਟੀ ਦੇ ਵਿੱਚ, ਪਰ ਉਹ ਸਿਰ ਉਦੋਂ ਚੁੱਕਦਾ ਹੈ ਜਦੋਂ ਕੋਈ ਸਰਕਾਰ ਜਿਹੜੀ ਹੈਗੀ ਆ ਉਹ ਕਮਜ਼ੋਰ ਹੋਵੇ, ਨਾ ਤਜਰਬੇਕਾਰ ਹੋਵੇ, ਤੇ ਉਹਨਾਂ ਕੋਲ ਜਿਹੜੀ ਸਮਰੱਥਾ ਨਾ ਹੋਵੇ ਤੇ ਇੱਛਾ ਸ਼ਕਤੀ ਵੀ ਨਾ ਹੋਵੇ ਕਿ ਅਸੀਂ ਜਿਹੜੇ ਫੈਸਲੇ ਹੈ ਖੁਦ ਕਰ ਸਕਦੇ ਹਾਂ। ਤੁਸੀਂ ਇਹ ਦੇਖੋ ਵੀ ਜਿਸ ਦਿਨ ਆਪਣੇ CM ਸਾਹਿਬ ਭਗਵੰਤ ਮਾਨ ਜੀ ਮੂਸੇ ਵਾਲੇ ਗਏ ਨੇ, ਮੂਸੇ ਪਿੰਡ 'ਚ, ਉਦੋਂ ਪਹਿਲਾਂ ਉਹ ਦਿੱਲੀ ਜਾ ਕੇ ਆਏ ਤੇ ਦਿੱਲੀ ਤੋਂ ਇਜਾਜ਼ਤ ਲਈ, ਔਰ ਉਸ ਤੋਂ ਬਾਅਦ ਮੂਸੇ ਵਾਲੇ ਦਾ 2 ਬੰਦੇ ਇਹਨਾਂ ਦੇ ਘਟਾਏ ਸੀਗੇ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ 4-5 ਹਜ਼ਾਰ ਬੰਦਾ ਉੱਥੇ ਡਿਪਲਾਈ ਕੀਤਾ ਗਿਆ ਤਾਂ ਕਿ ਉਹ ਮੂਸੇ ਵਾਲੇ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਸਕਣ। ਤੇ ਫਿਰ ਉਹਦੇ ਵਿੱਚ ਵੀ ਸ਼ਾਇਦ ਤੁਸੀਂ ਕਈ ਵੀਡੀਓਜ਼ ਨੇ ਦਿਖਾਇਆ ਵੀ ਸਿਵਲ ਦੇ ਵਿੱਚ ਕਿੰਨੇ ਬੰਦੇ ਉਹਦੇ ਵਿੱਚ ਬੈਠੇ ਨੇ ਜਾਂ ਖੜੇ ਨੇ, ਤੇ ਆਪਣਾ ਸਾਹਿਬ ਬਲਕੌਰ ਸਿੰਘ ਜਿਹੜੇ ਫਾਦਰ ਸਾਹਿਬ ਨੇ ਮੂਸੇ ਵਾਲੇ ਦੇ, ਉਹਦੇ ਪਿੱਛੇ ਵੀ ਸਿਵਲ ਦੇ ਵਿੱਚ ਇੱਕ ਗੋਡਿਆਂ ਪਰਨੇ ਬੈਠਾ ਸੀਗਾ DSP, ਵੀ ਸ਼ਾਇਦ ਕੋਈ ਇਹਨਾਂ ਨੂੰ ਗੁੱਸਾ ਨਾ ਆ ਜਾਏ ਤੇ ਕੋਈ ਹੋਰ ਗੱਲ ਨਾ ਬਾਜੇ। ਸੋ ਇੱਕ ਤਾਂ ਇਹ ਇਹੋ ਜਿਹੀ ਸਰਕਾਰ ਹੈ ਜਿਹੜੀ, ਇੱਕ ਦਿਨ ਮੈਂ ਕਿਸੇ ਹੋਰ ਡਿਬੇਟ ਸੀਗਾ ਨੈਸ਼ਨਲ ਚੈਨਲ ਤੇ ਟਾਈਮਜ਼ ਨਾਓ 'ਚ, ਉਹਦੇ ਵਿੱਚ ਵੀ ਪੁੱਛਿਆ ਗਿਆ ਵੀ ਤੁਸੀਂ ਅਜੇ ਤੱਕ ਗਏ ਕਿਉਂ ਨਹੀਂ? ਕਹਿੰਦੇ ਜੀ ਅਸੀਂ ਲਿੰਚਿੰਗ ਤੋਂ ਡਰਦੇ ਹਾਂ। ਜੇ ਸਰਕਾਰ ਲਿੰਚਿੰਗ ਤੋਂ ਡਰਦੀ ਹੈ ਤੇ ਇਹ ਤਾਂ ਇਹ ਕਹਿੰਦੇ ਸੀ ਵੀ ਭਾਈ ਜਿਹਨੇ ਪੋਲਿਟਿਕਸ ਕਰਨੀ ਹੈ ਤੇ ਉਹਨੂੰ ਸਿਕਿਉਰਿਟੀ ਦੀ ਲੋੜ ਨਹੀਂ, ਤੇ ਜੇ ਉਹਨੂੰ ਸਿਕਿਉਰਿਟੀ ਚਾਹੀਦੀ ਹੈ ਫਿਰ ਉਹ ਮੋਦੀ ਖਾਨਾ ਖੋਲ ਲੇ ਜਾਂ ਮੁਰਗੀ ਖਾਨਾ ਖੋਲ ਲੇ, ਤੇ ਫਿਰ ਇਹ ਕਿਉਂ ਨਹੀਂ ਖੋਲਦੇ ਮੁਰਗੀ ਖਾਨਾ ਤੇ ਮੋਦੀ ਖਾਨਾ? ਜੇ ਇਹਨਾਂ ਨੂੰ ਇੰਨੀ ਭਾਰੀ ਸਿਕਿਉਰਿਟੀ ਦੀ ਲੋੜ ਹੈ ਤੇ ਹੁਣ ਤਰਾਸ ਕਰਦੇ ਆ ਲੋਕ। ਇੱਕ ਮਿੰਟ, ਲੈਟ ਮੀ ਫਿਨਿਸ਼ ਜੀ। ਤਰਾਸ ਕਰਦੇ ਆ ਲੋਕ ਕਿ ਅਮਨ ਕਾਨੂੰਨ ਦਾ ਜੋ ਹਾਲ ਹੈ, ਇੱਕ ਦਿਨ ਦੇ ਵਿੱਚ 3 ਕਤਲ ਹੋਏ ਅੰਮ੍ਰਿਤਸਰ, ਤੇ ਬੱਸਾਂ ਲੁੱਟੀਆਂ ਜਾ ਰਹੀਆਂ, ਹਰੇਕ ਦੁਕਾਨ ਲੁੱਟੀ ਜਾ ਰਹੀ ਹੈ, ਪੈਟਰੋਲ ਪੰਪ ਲੁੱਟੇ ਜਾ ਰਹੇ ਨੇ। ਮਤਲਬ ਕਿਸੇ ਬੰਦੇ ਨੂੰ ਸਰਕਾਰ ਨਾਂ ਦੀ ਚੀਜ਼ ਦਾ, ਦੇਖੋ ਲਾ ਐਂਡ ਆਰਡਰ ਦੇ ਵਿੱਚ ਸਰਕਾਰ ਦਾ ਡਰ ਹੁੰਦਾ, ਬੰਦੇ ਨਾਲ ਬੰਦਾ ਜੋੜ ਕੇ। ਸਰ ਤੁਹਾਡਾ ਦੇਖੋ ਜਵਾਬ ਤਾਂ ਆ ਹੀ ਗਿਆ, ਪਰ ਉਹ ਇਹ ਕਹਿ ਰਿਹਾ ਹੈ ਕਿ ਇਹਦਾ ਜਵਾਬ ਵੀ ਦੇਣਾ ਬਣਦਾ। ਉਹ ਕਹਿੰਦੇ ਆਪਾਂ ਲੰਬੀ ਗੱਲ ਹੋ ਜਾਂਦੀ ਹੈ ਪਰ ਸੰਖੇਪ 'ਚ ਮੈਂ ਚਾਹਾਂਗਾ। ਉਹ ਕਹਿੰਦੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਦੇਸ਼ ਦੀਆਂ ਰਾਜਧਾਨੀਆਂ ਜਿਸ ਤਰ੍ਹਾਂ ਬਲਡੋਜ਼ਰ ਫਿਰ ਰਹੇ ਆ, ਜਿਸ ਤਰ੍ਹਾਂ ਉਹ ਕਹਿੰਦੇ ਜੰਮੂ ਤੋਂ ਲੈ ਕੇ ਗਾਂ ਕਲਕੱਤਾ ਤੱਕ ਤੇ ਉਧਰ ਹੇਠਾਂ ਤੱਕ ਜੋ ਸਥਿਤੀ ਬਣੀ ਵੀ ਹੈ, ਵੀ ਉਹਦੇ ਬਾਰੇ ਭਾਜਪਾ ਕਿਉਂ ਨਹੀਂ ਗੱਲ ਕਰਦੀ? ਇਹ ਆਪ ਵੱਲੋਂ ਸਵਾਲ ਉਠਾਇਆ ਜਾ ਰਿਹਾ। ਨਹੀਂ, ਤੁਸੀਂ ਗੱਲ ਡਿਬੇਟ ਕਰੋ ਨਾ, ਉੱਥੇ ਅਸੀਂ ਦੇਵਾਂਗੇ ਜਵਾਬ ਉਹਦਾ ਸਾਰੀ ਦਾ। ਮੈਂ ਤੁਹਾਨੂੰ ਦੱਸ ਦਿੰਦਾ, ਚਲੋ ਆਪਾਂ ਸ਼ਰਮਾ ਦੇ ਉੱਪਰ ਜੀ
ਆਪਾਂ ਫਿਰ ਮੈਂ ਆ ਜਾਣਾ ਇਸ ਮੁੱਦੇ ਤੇ, ਤੁਹਾਡੇ ਵੱਲ ਇਸ ਮੁੱਦੇ ਤੇ ਬਕਾਇਦਾ ਮੈਂ ਇੱਕ ਸਵਾਲ ਹੀ ਇਸ ਮਾਮਲੇ ਤੇ ਲੈਣਾ ਕਿਉਂਕਿ ਵੱਡਾ ਮਾਮਲਾ ਹੈਗਾ। ਚਾਂਦੀ ਜੀ ਮੈਂ ਤੁਹਾਡੇ ਵੱਲ ਆਉਣਾ, ਉਸ ਤੋਂ ਪਹਿਲਾਂ ਸਾਡੇ ਨਾਲ ਕੰਵਰ ਸਾਹਿਬ ਵੀ ਜੁੜ ਚੁੱਕੇ ਆ, ਕਾਂਗਰਸ ਪਾਰਟੀ ਦੇ ਬੁਲਾਰੇ। ਕੰਵਰ ਜੀ, ਮੈਂ ਤੁਹਾਡੀ ਜਾਣ ਪਛਾਣ ਦਰਸ਼ਕਾਂ ਤੱਕ ਕਰਾ ਹੀ ਚੁੱਕਾ ਹਾਂ। ਇਹੀ ਮੁੱਦਾ ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਵਿਰੋਧੀ ਧਿਰਾਂ ਵੱਲੋਂ ਅਮਨ ਕਾਨੂੰਨ ਦੀ ਸਥਿਤੀ 'ਚ ਭਾਜਪਾ ਜਾਂ ਕਾਂਗਰਸ ਹੈ ਜਿਸ ਤਰ੍ਹਾਂ ਦਾ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਆਪ ਦਾ ਕਹਿਣਾ ਹੈ ਕਿ ਜਿੱਦਾਂ ਅੱਜ ਮਹਾਰਾਸ਼ਟਰ ਦੀ ਪੁਲਿਸ ਨੇ 2 ਕਾਤਲਾਂ ਨੂੰ ਕਾਬੂ ਕੀਤਾ ਹੈ ਸਿੱਧੂ ਮੂਸੇਵਾਲੇ ਦੇ, ਉਦੋਂ ਤੋਂ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਸੱਚ ਤੇ ਸੱਚਾਈ ਸਾਹਮਣੇ ਆਏਗੀ। ਉਹ ਕਹਿੰਦੇ ਅਸੀਂ ਸ਼ਿੱਦਤ ਦੇ ਨਾਲ ਸਿੱਧੂ ਮੂਸੇਵਾਲੇ ਦੇ ਕਤਲ ਦੇ ਕੰਮ ਕਰ ਹੀ ਰਹੇ ਹਾਂ, ਪਰ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਉਹ ਕਹਿੰਦੇ ਬਾਕੀ ਦੇਸ਼ ਦੀ ਜਿਹੜੀ ਚਿੰਤਾ ਕਰਨ ਦੀ ਵਧੇਰੇ ਜ਼ਰੂਰਤ ਹੈ। ਪੰਜਾਬ ਨੂੰ ਅਸੀਂ ਸੰਭਾਲ ਰਹੇ ਹਾਂ ਠੀਕ ਢੰਗ ਨਾਲ। ਜੀ ਹਰਪ੍ਰੀਤ ਜੀ। ਸਿੱਧੂ ਸਾਹਿਬ ਗੱਲ ਇਹ ਹੈ ਵੀ ਪੰਜਾਬ ਇਸ ਦੇਸ਼ ਦਾ ਇੱਕ ਅਹਿਮ ਹਿੱਸਾ ਹੈ, ਬਾਰਡਰ ਸਟੇਟ ਹੈ, ਤੇ ਬਿਲਕੁਲ ਪੰਜਾਬ ਦੀ ਚਿੰਤਾ ਕਰਨੀ ਜਾਂ ਇਸ ਦੇਸ਼ ਦੀ ਚਿੰਤਾ ਕਰਨੀ ਆਪਣੇ ਆਪ ਦੇ ਵਿੱਚ ਇੱਕ ਦੂਸਰੇ ਤੋਂ ਵੱਖ ਬਿਲਕੁਲ ਵੀ ਨਹੀਂ ਹੋ ਸਕਦੀਆਂ। ਤੇ ਜੇ ਇਸ ਦੇਸ਼ ਦੀ ਚਿੰਤਾ ਤਾਂ ਪੰਜਾਬ ਦੀ ਚਿੰਤਾ ਵੀ ਕਰਨੀ ਪਊਗੀ, ਤੇ ਜੇਕਰ ਪੰਜਾਬ ਦੀ ਚਿੰਤਾ ਹੈ ਤਾਂ ਪੰਜਾਬ ਦੇ ਨਾਲ ਦੇਸ਼ ਦੀ ਸੁਰੱਖਿਆ ਦਾ ਮਸਲਾ ਵੀ ਜੁੜਿਆ ਹੋਇਆ, ਇਹ ਆਪਾਂ ਜਾਣਦੇ ਹਾਂ। ਮਸਲਾ ਇਸ ਗੱਲ ਦਾ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਨਾ, ਹੁਣ ਜੇ ਆਪਾਂ ਤਾਜ਼ਾ ਜਿਹੜਾ ਘਟਨਾਕ੍ਰਮ ਸਿੱਧੂ ਮੂਸੇਵਾਲਾ ਦੇ ਕਤਲ ਦਾ ਜੋ ਹੋਇਆ, ਇਹ ਸਿਰਫ ਇੱਕ ਨਹੀਂ ਬਲਕਿ ਕਿਉਂਕਿ ਇਹ ਇੱਕ ਸੈਲੀਬ੍ਰਿਟੀ ਫੇਸ ਸੀ, ਇੱਕ ਵੱਡਾ ਚਿਹਰਾ ਸੀ ਪੰਜਾਬ ਦਾ, ਇਸ ਕਰਕੇ ਆਪਾਂ ਚਰਚਾ ਇਹਦੀ ਬਾਰ-ਬਾਰ ਕਰਦੇ ਹਾਂ। ਲੇਕਿਨ ਪੰਜਾਬ ਦੇ ਵਿੱਚ ਤਾਂ ਲਗਾਤਾਰ ਜਿਸ ਤਰ੍ਹਾਂ ਹਾਲਾਤ ਖਰਾਬ ਹੋ ਰਹੇ ਨੇ, ਰੋਜ਼ ਕੋਈ ਨਾ ਕੋਈ ਵਾਰਦਾਤ, ਰੋਜ਼ ਕੋਈ ਨਾ ਕੋਈ ਲੁੱਟ ਖੋਹ, ਕੁਛ ਨਾ ਕੁਛ ਇਹੋ ਜਿਹਾ ਚੱਲਦਾ ਜੋ ਆਪਾਂ ਕਦੇ ਦੇਖਿਆ ਨਹੀਂ ਸੀ। ਸਭ ਤੋਂ ਵੱਡੀ ਗੱਲ ਜੇ ਗੱਲ ਕਰਦੀ ਹੈ ਨਾ ਭਾਰਤੀ ਜਨਤਾ ਪਾਰਟੀ, ਤੇ ਮੈਂ ਸਮਝਦਾ ਵੀ ਇਹ ਤਾਂ ਕੁਝ ਕਹਿਣ ਜੋਗੇ ਹੀ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਇਹ ਕਹਿੰਦੇ ਸੀ ਵੀ ਬੜਾ ਮਾਹੌਲ ਖਰਾਬ ਹੈ, ਅਸੀਂ ਤੇ 50-50 ਕਿਲੋਮੀਟਰ ਤੱਕ ਬਾਰਡਰ ਤੋਂ ਅਸੀਂ ਇਸ ਕਰਕੇ BSF ਲਾਉਣੀ ਹੈ ਕਿਉਂਕਿ ਬਾਹਰੋਂ ਬਹੁਤ ਕੁਝ ਐਸਾ ਸਮਾਨ, ਡਰੋਨ ਆ ਜਾਂਦੇ ਨੇ, ਹੋਰ ਕਈ ਕੁਝ ਆ ਜਾਂਦਾ ਹੈ, ਤੇ ਉਹਦੇ ਉੱਤੇ ਰੋਕਥਾਮ ਅਸੀਂ ਕਰਨੀ ਹੈ, ਇਹਨਾਂ ਨੇ ਲਾਇਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਾਨੂੰ ਦੇਖਣ ਨੂੰ ਕੀ ਮਿਲਿਆ? ਸਾਨੂੰ ਦੇਖਣ ਨੂੰ ਮਿਲਿਆ ਇੱਥੇ ਰਾਕਟ ਲਾਂਚਰ, ਜਿਹੜਾ ਕਦੇ ਕਿਸੇ ਨੇ ਦੇਖਿਆ ਨਹੀਂ ਸੀ। ਜੇ ਸਾਨੂੰ ਦੇਖਣ ਨੂੰ ਮਿਲੀ ਜਿਹੜੀ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਵਿੱਚ ਵਰਤੀ ਗਈ ਰਸ਼ੀਅਨ ਰਾਈਫਲ AN-94 ਸ਼ਾਇਦ ਉਹਦਾ ਨਾਂ ਹੈ, ਤੇ ਮਤਲਬ ਇਸ ਤਰ੍ਹਾਂ ਦੇ ਹਥਿਆਰ ਇਹ ਸਾਨੂੰ ਕਦੋਂ ਦੇਖਣੇ ਪਏ? ਜਦੋਂ ਭਾਰਤੀ ਜਨਤਾ ਪਾਰਟੀ ਦਾ ਸ਼ਾਸਨ ਬੜਾ, ਇਹਨਾਂ ਦਾ ਕਹਿੰਦੇ ਵੀ ਬੜਾ ਕੰਟਰੋਲ ਹੈ, ਇਹਨਾਂ ਨੇ BSF ਨੂੰ ਦਿੱਤਾ, ਇਹਨਾਂ ਦੀਆਂ ਏਜੰਸੀਆਂ, ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਅੱਜ ਤੱਕ ਇਹ ਨਹੀਂ ਇਹ ਦੱਸ ਸਕੇ ਜਿਹੜਾ ਪੁਲਵਾਮਾ ਕਾਂਡ ਹੋਇਆ ਸੀ ਉਹਦੇ ਚ RDX ਕਿੱਥੋਂ ਆਈ ਸੀ। ਇਹ ਸ਼ਿਵਲਿੰਗ ਲੱਭਣ ਤੁਰ ਪੈਂਦੇ ਆ, ਕਦੇ ਕੁਛ ਕਰਦੇ ਆ ਇਹਨਾਂ ਨੂੰ। ਪੰਜਾਬ ਦੇ ਅੱਜ ਦੇ ਮੁੱਦੇ ਤੇ ਹਰਪ੍ਰੀਤ ਜੀ ਰਹੀ, ਇਹਦੇ ਤੇ ਵੀ ਕਾਫੀ ਕੁਝ ਕਹਿਣ ਨੂੰ ਹੈਗਾ ਆਪਣੇ ਕੋਲ। ਦੇਖੋ, ਮੈਂ ਮੁੱਦੇ ਦੀ ਗੱਲ ਕਰ ਰਿਹਾ, ਮੁੱਦਾ ਇਹ ਹੈ ਵੀ ਜੋ ਭਾਰਤੀ ਜਨਤਾ ਪਾਰਟੀ ਦੀ ਜਾਂ ਕਿਸੇ ਵੀ ਪਾਰਟੀ ਦੀ ਸਰਕਾਰ ਤੋਂ ਲੋਕ ਉਮੀਦ ਕਰਦੇ ਨੇ ਉਹ ਬਿਲਕੁਲ ਨਹੀਂ ਹੋ ਰਿਹਾ, ਉਹਨੂੰ ਛੱਡ ਕੇ ਹੋਰ ਸਾਰਾ ਕੁਝ ਹੀ ਹੋ ਰਿਹਾ। ਸੁਰੱਖਿਆ ਦੇ ਮਾਮਲੇ ਤੇ ਇਹ ਬਹੁਤ ਗੱਲਾਂ ਕਰਦੇ ਨੇ, ਇਹ ਤਾਂ ਕਹਿਣ ਜੋਗੇ ਹੀ ਨਹੀਂ ਕਿਉਂਕਿ ਸਾਰੀਆਂ ਏਜੰਸੀਆਂ ਇਹਨਾਂ ਕੋਲ ਹੈ। ਇਸ ਵੇਲੇ ਸਰਕਾਰ ਇਹਨਾਂ ਦੀ ਹੈ, ਇਹ ਭੁੱਲ ਗਏ ਨੇ, ਇਹ ਤਾਂ ਸਮਝਦੇ ਨੇ ਜਿਵੇਂ ਅਸੀਂ ਆਪੋਜੀਸ਼ਨ 'ਚ ਬੈਠੇ ਹਾਂ। ਕੱਲਾ ਇਹ ਗੱਲ ਕਰਦੇ ਪੰਜਾਬ ਦੀ, ਪੰਜਾਬ ਦੇ ਵਿੱਚ ਤਾਂ ਜੋ ਦੋਸ਼ੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਫ਼-ਸਾਫ਼ ਨਜ਼ਰ ਆ ਰਿਹਾ ਹੈਗੀ ਹੈ, ਕਿਉਂਕਿ ਸਿੱਧੂ ਮੂਸੇਵਾਲੇ ਦਾ ਕਤਲ ਜੋ ਹੋਇਆ ਉਹ ਸਿਕਿਉਰਿਟੀ ਵਿਡਰਾ ਹੋਈ, ਉਹਦੀ ਜਿਹੜੀ ਰਿਪੋਰਟ ਜਨਤਕ ਹੋਈ, ਲਿਸਟ ਜਨਤਕ ਹੋਈ, ਇਹ ਬਹੁਤ ਵੱਡੀਆਂ ਖਾਮੀਆਂ ਨੇ। ਬਟ ਮੈਂ ਕਹਿੰਦਾ ਸਪੇਅਰ ਆਪਣੇ ਆਪ ਨੂੰ ਭਾਰਤੀ ਜਨਤਾ ਪਾਰਟੀ ਵੀ ਨਹੀਂ ਕਰ ਪਾਏਗੀ। ਉਹਦਾ ਕਾਰਨ ਇਹ ਹੈ ਕਿ ਇਹਨਾਂ ਦੇ ਕੋਲੋਂ ਜੋ ਇਸ ਗੱਲ ਦਾ ਜਵਾਬ ਮੰਗਿਆ ਜਾਏਗਾ ਵੀ ਤੁਸੀਂ ਦੱਸੋ ਵੀ ਐਡੇ ਹੈਵੀ ਵੈਪਨ ਇਹ ਕਿੱਦਾਂ ਬਾਰਡਰ ਕ੍ਰਾਸ ਕਰਕੇ ਆ ਗਏ? ਕੀ ਇਹਨਾਂ ਦੀਆਂ ਏਜੰਸੀਆਂ ਸੁੱਤੀਆਂ ਪਈਆਂ? ਕੀ ਸਰਕਾਰ ਦੀ ਕੋਈ ਜ਼ਿੰਮੇਵਾਰੀ, ਕੋਈ ਤਾਂ ਜਵਾਬਦਾਰੀ ਹੋਣੀ ਚਾਹੀਦੀ ਹੈ ਨਾ। ਇਹ ਸਿਰਫ ਲੋਕਾਂ ਦਾ ਧਿਆਨ ਭਟਕਾਉਣ ਲਈ ਮੈਂ ਗੱਲ ਕਰ ਰਿਹਾ ਸੀ। ਜੋ ਕਰ ਰਹੇ ਨੇ, ਸ਼ਿਵਲਿੰਗ ਲੱਭ ਰਹੇ ਨੇ, ਕਦੇ ਕੁਤਬ ਮੀਨਾਰ ਕਹਿੰਦੇ ਨੇ ਵੀ ਇਹ ਮੁਸਲਮਾਨਾਂ ਦਾ ਨਹੀਂ ਬਣਾਇਆ, ਹਿੰਦੂਆਂ ਦਾ ਸੀ, ਕਦੇ ਤਾਜ ਮਹਿਲ, ਇਹੋ ਜਿਹੇ ਕੰਮ ਕਰਕੇ TV ਚੈਨਲਾਂ ਨੂੰ ਇਹਨਾਂ ਨੇ ਕੰਮ ਲਾਇਆ ਹੋਇਆ। ਲੋਕਾਂ ਤੱਕ ਅਸਲ ਗੱਲ ਪਹੁੰਚਣ ਨਹੀਂ ਦਿੰਦੇ, ਅਸਲ ਗੱਲ ਸੋਚਣ ਨਹੀਂ ਦਿੰਦੇ। ਇਹ ਜਿਹੜਾ ਬਹੁਤ ਵੱਡਾ ਸੁਰੱਖਿਆ ਦੇ ਮਾਮਲੇ 'ਚ ਜਿਵੇਂ ਪੁਲਵਾਮਾ ਦੀ ਗੱਲ ਕੀਤੀ ਸੀ, ਤੇ ਪੁਲਵਾਮਾ ਦਾ ਮਸਲਾ ਦੇਖੋ, ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਅਟੈਕ ਹੋ ਗਿਆ ਸਾਡੀ ਆਰਮੀ ਦੇ ਉੱਤੇ ਹੀ, ਇੱਥੇ ਅਟੈਕ ਹੋ ਗਿਆ ਸਾਡੇ ਇੰਟੈਲੀਜੈਂਸ ਦੇ ਦਫ਼ਤਰ ਦੇ ਉੱਤੇ, ਤੇ ਇਦੋਂ ਬਾਅਦ ਸ਼ਰਮ ਦੀ ਤੇ ਫੇਲਿਅਰ ਗੱਲ ਹੋਰ ਕਿਹੜੀ ਹੋ ਸਕਦੀ ਹੈ? ਕੋਈ ਐਗਜ਼ਾਮਪਲ ਇਦੋਂ ਵੱਡੀ ਹੋ ਸਕਦੀ ਹੈ? ਤੁਹਾਡਾ ਵਿਊ ਪੁਆਇੰਟ ਆ ਗਿਆ। ਆਪਾਂ ਜੌ ਲੈਂਦੇ ਹਾਂ ਸਾਰੀਆਂ ਸੰਬੰਧਿਤ ਧਿਰਾਂ ਤੋਂ। ਪ੍ਰੋਫੈਸਰ ਮਨਜੀਤ ਸਿੰਘ ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ ਹੈ। ਚਾਂਦੀ ਜੀ, ਮੈਂ ਇਸ ਮੁੱਦੇ ਤੇ ਆਵਾਂਗਾ ਤੁਹਾਡੇ ਵੱਲ। ਪ੍ਰੋਫੈਸਰ ਸਾਹਿਬ ਤੋਂ ਇਸ ਮੁੱਦੇ ਤੇ ਜਵਾਬ ਲੈ ਲਈਏ। ਪ੍ਰੋਫੈਸਰ, ਸਿੱਧੂ ਮੂਸੇਵਾਲਾ ਦਾ ਕਤਲ ਤੇ ਜੋ ਅੱਜ ਕਾਤਲ ਮਹਾਰਾਸ਼ਟਰ ਦੀ ਪੁਲਿਸ ਨੇ ਫੜਿਆ ਹੈ, ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਇਹਦੇ ਨਾਲ ਕਤਲ ਦੀ ਜਿਹੜੀ ਗੁੱਥੀ ਹੈ ਉਹ ਸੁਲਝਦੀ ਨਜ਼ਰ ਆ ਰਹੀ ਹੈ। ਪਰ ਦੂਜੇ ਪਾਸੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਉਸ ਤਰ੍ਹਾਂ ਦਾ ਟਕਰਾਅ ਤੇ ਉਹ ਮਾਹੌਲ ਬਣਿਆ ਹੋਇਆ। ਆਪ ਦਾ ਕਹਿਣਾ ਹੈ ਕਿ ਬਾਕੀ ਥਾਵਾਂ ਤੇ ਵੀ ਨਜ਼ਰ ਮਾਰੀ ਜਾਏ। ਜੋ ਭਾਜਪਾ ਦੀ ਦੂਜੀਆਂ ਧਿਰਾਂ ਕਹਿ ਰਹੀਆਂ ਕਿ ਪੰਜਾਬ ਦੀ ਜਿਹੜੀ ਸਥਿਤੀ ਬਣੀ ਹੈ ਇਹਦੇ ਲਈ ਜਵਾਬਦੇਹ ਬਣਾਇਆ ਜਾਏ ਮਾਨ ਸਰਕਾਰ ਨੂੰ।
ਜੀ ਸਿੱਧੂ ਪ੍ਰਸਾਦ ਸਾਹਿਬ, ਦੇਖੋ ਸਿੱਧੂ ਸਾਹਿਬ, ਇਹ ਬਹੁਤ ਹੀ ਵੱਡਾ ਕਤਲ ਕੇਸ ਸੀਗਾ, ਜਿਹਦੇ ਵਿੱਚ ਤੁਸੀਂ ਦੇਖੋ ਦੇਸ਼ ਪੂਰਾ ਪੰਜਾਬ ਇੱਕ ਵਾਰੀ ਉਮੜ ਕੇ ਆਇਆ ਬਿਲਕੁਲ ਕਿ ਇਹ ਐਵੇਂ ਲੱਗਾ ਜਿਵੇਂ ਪੰਜਾਬ ਤੇ ਹਮਲਾ ਜਾਂ ਪੰਜਾਬੀਅਤ ਤੇ ਹਮਲਾ ਹੋ ਗਿਆ ਹੋਵੇ, ਵਿਦੇਸ਼ਾਂ ਤੱਕ ਵੀ ਸਾਰੀ ਜਗ੍ਹਾ। ਇਸ ਲਈ ਇਹਦੀ ਗੁੱਥੀ ਨੂੰ ਸੁਲਝਣਾ ਜਾਂ ਉਹਦੇ ਕਾਤਲਾਂ ਨੂੰ ਫੜਨਾ, ਉਹ ਤੇ ਬਹੁਤ ਹੀ ਇਕੱਲੀ ਪੰਜਾਬ ਦੀ ਪੁਲਿਸ ਦੀ ਪ੍ਰਾਇੋਰਟੀ ਨਹੀਂ, ਦਿੱਲੀ ਪੁਲਿਸ ਲੱਗੀ ਆ, ਮਹਾਰਾਸ਼ਟਰ ਪੁਲਿਸ ਲੱਗੀ ਆ, ਜਿਵੇਂ ਕੋਆਰਡੀਨੇਸ਼ਨ ਉਹ ਕੋਆਰਡੀਨੇਸ਼ਨ 'ਚ। ਇਸ ਕਰਕੇ ਇਸ ਗੱਲ ਦੀ ਤੇ ਅਸੀਂ ਪੁਲਿਸ ਦੇ ਸਿਸਟਮ ਨੂੰ ਵਧਾਈ ਦਿੰਦੇ ਹਾਂ ਕਿ ਘੱਟੋ ਘੱਟ ਉਹਨਾਂ ਨੇ ਜਿਹੜੇ ਇੰਨੇ ਲੋਕਾਂ ਦੇ ਸੈਂਟੀਮੈਂਟ ਜੁੜੇ ਹੋਏ ਸੀ, ਉਹਦੇ ਜਵਾਬ ਵਿੱਚ ਕੁਛ ਨਾ ਕੁਛ ਕਾਰਵਾਈ ਦਿਖ ਰਹੀ ਆ। ਪਰ ਜਿਹੜਾ ਸਵਾਲ ਤੁਹਾਡਾ ਦੂਜੇ ਪਾਸੇ ਪੰਜਾਬ ਵਾਲਾ ਹੈਗਾ, ਉਹਦੇ 'ਚ ਸੱਚੀ ਮੁੱਚੀ ਮੂਸੇਵਾਲ ਦੇ ਕਤਲ ਤੋਂ ਬਾਅਦ ਚਾਹੀਦਾ ਸੀ ਕਿ ਕਾਫੀ ਸ਼ਾਂਤੀ ਹੁੰਦੀ, ਪੁਲਿਸ ਦੀ ਚੁਸਤੀ ਫੁਰਤੀ ਸਾਰੀ ਨਜ਼ਰ ਆਉਂਦੀ, ਲਾਅ ਐਂਡ ਆਰਡਰ ਸਿਚੁਏਸ਼ਨ ਜਾਣੀ ਜਿਹਨੂੰ ਕਹਿੰਦੇ ਆ ਚਿੜੀ ਨਾ ਫੜਕਣ ਵਾਲੀ ਪੰਜਾਬ 'ਚ ਹਾਲਾਤ ਹੁੰਦੀ। ਪਰ ਹਾਲਾਤ ਸੁਧਰੇ ਨਜ਼ਰ ਨਹੀਂ ਆਏ, ਕਿਉਂਕਿ ਜਦੋਂ ਲੋਕ ਇੰਨੇ ਡਰ ਗਏ ਇੱਕ ਵਾਰੀ ਕਿ ਦਿਨ ਦਿਹਾੜੇ ਐਡੇ ਵੱਡੇ ਬੰਦਿਆਂ ਦੇ ਜੇ ਕਤਲ ਹੋ ਸਕਦੇ ਆ ਤਾਂ ਸਾਡਾ ਕੀ ਬਣੂਗਾ। ਉਹਦੇ 'ਚ ਜਿਹੜੀ ਲੋਕਾਂ ਨੂੰ ਮਾਨਸਿਕ ਤੌਰ ਦੇ ਉੱਤੇ ਇੱਕ ਸਿਕਿਉਰਿਟੀ ਮਿਲਣੀ ਚਾਹੀਦੀ ਸੀ, ਉਹ ਨਹੀਂ ਮਿਲ ਪਾ ਰਹੀ। ਹੁਣ ਜਿਵੇਂ ਦਰਬਾਰ ਸਾਹਿਬ ਨੂੰ ਜਾਂਦਿਆਂ ਉਹਦਾ ਨੌਜਵਾਨ ਦਾ ਕਤਲ ਹੋ ਜਾਣਾ, ਵਾਈਫ ਬੱਚੇ ਦੇਖਦੇ ਕਿੱਦਾਂ। ਮੋਗੇ ਵਾਲਾ ਮੈਂ ਦੇਖ ਰਿਹਾ ਸੀਗਾ ਕਿ ਕਿਵੇਂ ਵੀਡੀਓ ਤੁਸੀਂ ਵੀ ਦੇਖਦੇ ਹੋਣੇ ਆ, ਵੀਡੀਓ ਨਜ਼ਰ ਆ ਰਹੀ ਆ, ਦਿਨ ਦਿਹਾੜੇ ਪਿੱਛੇ ਪੈ ਕੇ ਮੁੰਡੇ ਦਾ ਕਤਲ ਕਰ ਦਿੱਤਾ 4-5 ਬੰਦੇ, ਉਹਨਾਂ 'ਚੋਂ 2 ਫੜੇ ਗਏ, ਉਹ ਗੱਲ ਹੈ। ਪਰ ਇੰਨੀ ਜੁਰਤ ਲੋਕਾਂ ਦੀ ਪੰਜਾਬ 'ਚ ਤੇ ਕਦੀ ਅਸੀਂ ਨਹੀਂ ਸੁਣਦਾ ਕਿ ਸ਼ਰੇਆਮ ਮਰਡਰ ਜਿਹੜੇ ਆ ਭਰੇ ਸ਼ਰੇ ਬਾਜ਼ਾਰ, ਪਬਲਿਕ ਫੁੱਲ ਪਬਲਿਕ ਵਿਊ ਦਿਨ ਦਿਹਾੜੇ ਹੋ ਰਿਹਾ। ਆ ਮੋਹਾਲੀ ਸਾਡੇ ਗੁਆਂਢ ਦੇ ਵਿੱਚ ਆ ਐਰੋਸਿਟੀ, ਉਹ ਜਿਹੜੀ ਸੜਕ ਦੇ ਉੱਤੇ ਕੁੜੀ ਦਾ ਸਕੂਟਰ ਖੋ ਕੇ ਲੈ ਗਏ ਆ, ਉਹ ਮਤਲਬ ਇੰਨਾ। ਇਹ ਦੇਖੋ ਇੱਕ ਗੱਲ ਤਾਂ ਹੈ ਕਿ ਪੁਲਿਸ ਜੇ ਕਰਨਾ ਚਾਹੇ, ਜੇ ਇਹਨਾਂ ਚੀਜ਼ਾਂ ਨੂੰ ਰੋਕਣਾ ਚਾਹੇ ਤਾਂ ਉਹ ਕਰ ਸਕਦੀ ਆ, ਕਿਉਂਕਿ ਜਿੰਨੇ ਹੀ ਇਹੋ ਜਿਹੇ ਐਲੀਮੈਂਟਸ ਆ ਉਹਨਾਂ ਦੀਆਂ ਟਿਪਸ 'ਤੇ ਹੁੰਦੇ ਆ, ਰਿਕਾਰਡ 'ਤੇ ਹੁੰਦੇ ਆ। ਇਹ ਨਹੀਂ ਕਿ ਕੋਈ ਅਚਾਨਕ ਕਿਤੇ ਰਾਤੋਂ ਰਾਤ ਜੰਮ ਕੇ ਪੈਦਾ ਹੋ ਜਾਂਦਾ ਤੇ ਉਹ ਕਰ ਲੈਂਦਾ। ਹਾਂ, ਇੱਕ ਇਹਦੇ ਨਾਲ ਮੁਸੀਬਤ ਜ਼ਰੂਰ ਜੁੜੀ ਹੋਈ ਹੈ ਸਿੱਧੂ ਸਾਹਿਬ, ਉਹ ਹੈ ਡਰੱਗੀਜ਼ ਦੀ। ਤੁਹਾਨੂੰ ਪਤਾ ਉਹ ਰੇਲਵੇ ਦੇ ਟਰੈਕ ਤੋਂ ਕਲੇਪੀ ਚੁੱਕ ਕੇ ਲੈ ਗਏ ਕਿੰਨੇ, ਉਹ ਫਿਰ ਦੁਬਾਰਾ ਲੱਭ ਕੇ ਕੁਆੜੀਆਂ ਤੇ ਉਹ ਬੰਦੇ ਫੜੇ ਗਏ ਆ। ਹਾਲਤ ਇਹ ਬਣੀ ਆ ਕਿ ਤੁਹਾਡੇ ਜਿਹੜੇ ਰਾਤੋਂ ਰਾਤ ਪੈਸਾ, ਚਲੋ ਆਪਾਂ ਇਸ ਮੁੱਦੇ ਤੇ ਚਰਚਾ ਨਹੀਂ, ਸੌਰੀ ਵਿੱਚੋਂ ਟੋਕਣ ਲੱਗੇ ਆ। ਉਧਰ ਬਠਿੰਡਾ ਜ਼ਿਲ੍ਹੇ 'ਚ ਰਾਮਪੁਰਾ ਫੂਲ ਦੇ ਗੁਆਂਢ 'ਚ ਇੱਕ ਟਾਵਰ ਹੀ ਡਿੱਗ ਪਿਆ ਕਿਉਂਕਿ ਉਹਦੀਆਂ ਲਾਈਨਾਂ ਖਾਣ ਲੱਗੇ ਸੀ। ਉਹ ਬਿਜਲੀ ਸਿਸਟਮ ਹੀ 2-3 ਦਿਨ ਲਈ ਕ੍ਰੈਪਸ ਕਰ ਗਿਆ, ਉਹ ਸੀਰੀਅਸ ਸਰਵਿਸ ਵਜ੍ਹਾ ਕਰਕੇ, ਕਿਉਂਕਿ ਉਹਨਾਂ ਨੇ ਉਹ ਜਿਹੜੇ ਉਹਦੇ ਟਾਵਰ ਵਗੈਰਾ ਦੇ ਜਿਹੜੇ ਸੰਦ ਸੀ, ਸਮਾਨ ਸੀ, ਉਹ ਵੇਚਣਾ ਸੀ। ਹਾਂ ਬਿਲਕੁਲ, ਇਹੀ ਤੇ ਮੈਂ ਗੱਲ ਕਹਿ ਰਿਹਾ ਕਿ ਹਾਲਤ ਇਹ ਆ ਕਿ ਸਾਨੂੰ ਡਰ ਇਹ ਲੱਗਦਾ ਕਿ ਸਵੇਰ ਦੇ ਜੇ ਕੋਈ ਸਾਡਾ ਗੇਟ ਲੋਹੇ ਦਾ ਬਾਹਰ ਰਾਤੋਂ ਰਾਤ ਹੀ ਕੋਈ ਚੁੱਕ ਕੇ ਪੁੱਟ ਕੇ ਵੇਚ ਕੇ ਖਾ ਜੂਗਾ, ਕਿ ਮਿਲੂਗਾ ਗੇਟ ਕਿ ਨਹੀਂ ਮਿਲੂਗਾ। ਲੋਕੀ ਤੇ ਜਿੰਦਰਾ ਲਾਉਂਦੇ ਨਾ ਗੇਟ ਨੂੰ ਪ੍ਰੋਟੈਕਸ਼ਨ ਲਈ, ਸਾਨੂੰ ਤਾਂ ਗੇਟ ਹੀ ਨਾ ਚੁੱਕ ਕੇ ਲੈ ਜਾਣ। ਇਹ ਹਾਲਾਤ ਪੰਜਾਬ 'ਚ ਇਸ ਵੇਲੇ ਦੇਖ ਰਹੇ ਆ। ਇਹ ਮੇਰਾ ਖਿਆਲ ਹੈ ਇਹਦੇ 'ਚ ਕੋਈ ਬਹਿਸ ਦਾ ਮਾਮਲਾ ਨਹੀਂ ਹੈ। ਸਰਕਾਰ ਨੂੰ ਵੀ ਤੇ ਵਿਰੋਧੀ ਪਾਰਟੀਆਂ ਨੂੰ ਵੀ ਮਿਲ ਕੇ ਸਗੋਂ ਕੋਈ ਨਾ ਕੋਈ ਸਕੋਰ ਬਣਾਉਣ ਦੀ ਜਗ੍ਹਾ ਚਾਹੀਦਾ ਹੈ ਕਿ ਇਹਦਾ ਕੋਈ ਸਿਸਟੇਮੈਟਿਕ ਹੱਲ ਕੱਢਿਆ ਜਾਏ ਪ੍ਰੋਸੀਜਰ ਦਾ, ਨਹੀਂ ਤੇ ਵੱਧ ਤੋਂ ਬੱਤਰ ਹਾਲਤ ਹੋ ਸਕਦੀ। ਜਿਹੜਾ ਦੂਜਾ ਮਾਮਲਾ ਉਹ ਦੂਜੀ ਵਾਰੀ ਗੱਲ ਕਰ ਲਾਂਗੇ, ਉਹ ਕੋਈ ਆਪਣੀ ਕਿਸਮ ਦਾ ਅਲੱਗ ਮਾਮਲਾ। ਵੱਖਰੇ ਤੌਰ ਤੇ ਪ੍ਰੋਸੈਸ ਮੁੱਦੇ ਤੇ ਮੈਂ ਤੁਹਾਡੇ ਵੱਲ ਆਉਣਾ ਹੈ, ਆਪਾਂ ਜਵਾਬ ਲੈ ਲਈਏ। ਰਮਨ ਜੀ, ਜਿਸ ਮਾਮਲੇ ਤੇ ਸਵਾਲ ਜਿਹੜਾ ਚੰਨੀ ਸਾਹਿਬ ਨੇ ਵੀ ਕੀਤਾ, ਪ੍ਰੈਸ ਸਾਹਿਬ ਵੀ, ਹਰਪ੍ਰੀਤ ਜੀ ਵੀ ਕਹਿ ਰਹੇ, ਇਹ ਠੀਕ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਜਿਸ ਤਰ੍ਹਾਂ 2 ਕਾਤਲ ਕਾਬੂ ਕੀਤੇ ਗਏ ਮਹਾਰਾਸ਼ਟਰ ਪੁਲਿਸ ਵੱਲੋਂ, ਔਰ ਕੋਆਰਡੀਨੇਸ਼ਨ ਹੈ, ਚਾਹੇ ਦਿੱਲੀ ਦੀ ਗੱਲ ਕਰ ਲਈਏ, ਮਹਾਰਾਸ਼ਟਰ ਦੀ ਜਾਂ ਪੰਜਾਬ ਪੁਲਿਸ ਦੀ, ਕਿਹਾ ਜਾ ਰਿਹਾ ਕਿ ਬਹੁਤ ਵੱਡੀ ਇੱਕ ਪਹਿਲ ਕਦਮੀ ਹੈ ਜਾਂ ਵੱਡੀ ਜਿਹੜੀ ਹੈਗੀ ਹੈ ਛਾਲ ਇਸ ਮੁੱਦੇ 'ਚ ਮਾਰੀ ਗਈ ਹੈ। ਸਮਝ ਆ ਰਿਹਾ ਕਿ ਵੀ ਹੁਣ ਅਗਲੇ ਦਿਨਾਂ 'ਚ ਸਥਿਤੀ ਜਿਹੜੀ ਹੋਰ ਵੀ ਸਪਸ਼ਟ ਹੋਏਗੀ ਕਿ ਕਿਉਂ ਕਤਲ ਹੋਇਆ ਔਰ ਕਿਹੜੀਆਂ ਫੋਰਸ ਹੈ ਇਹਦੇ ਪਿੱਛੇ, ਵੱਡੀ ਗੱਲ ਹੈ। ਪਰ ਦੂਜੇ ਮਾਮਲੇ 'ਚ ਕਿਹਾ ਜਾ ਰਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਜਿੱਦਾਂ ਦਾ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਉਸ ਤੋਂ ਪਹਿਲਾਂ ਵੀ ਬਾਅਦ 'ਚ ਅੰਮ੍ਰਿਤਸਰ 'ਚ ਪਿਛਲੇ 24 ਘੰਟੇ 3 ਕਤਲ ਹੋਏ ਆ। ਪੰਜਾਬ ਦੇ ਵੱਖੀ ਥਾਵਾਂ 'ਤੇ ਵੀ, ਜਿੱਦਾਂ ਪ੍ਰੈਸ ਸਾਹਿਬ ਕਹਿ ਰਹੇ ਕਿ ਸਵੇਰੇ ਉੱਠਾਂਗੇ ਤਾਂ ਸਾਨੂੰ ਜਿਹੜਾ ਗੇਟ ਲੱਗੇ ਮਿਲਣਗੇ ਕਿ ਨਹੀਂ ਮਿਲਣਗੇ। ਚਾਂਦੀ ਜੀ, ਇੱਦਾਂ ਦੀ ਇਨਸਿਕਿਉਰਿਟੀ ਦੀ ਗੱਲਾਂ ਕਿਉਂ ਕੀਤੀਆਂ ਜਾ ਰਹੀਆਂ, ਕਿਉਂ ਇਹ ਸੁਰੱਖਿਆ ਦੀ ਭਾਵਨਾ ਜਿਹੜੀ ਪੰਜਾਬੀਆਂ 'ਚ ਆਉਣੀ ਸ਼ੁਰੂ ਹੋ ਗਈ ਹੈ? ਰਮਨ ਜੀ। ਸਿੱਧੂ ਸਾਹਿਬ ਦੇਖੋ, ਮੈਂ 1-2 ਗੱਲਾਂ ਵਿਅਕਤੀਗਤ ਤੌਰ ਤੇ ਕਰਨੀਆਂ ਚਾਹੁੰਦਾ, ਨਾਨ ਪੋਲੀਟੀਕਲ ਜਿਹਨੂੰ ਕਹਿੰਦੇ ਨੇ ਜੀ। 3 ਮਹੀਨਿਆਂ ਦੀ ਸਰਕਾਰ ਹੈ ਮਾਨ ਸਾਹਿਬ ਦੀ। ਆਮ ਆਦਮੀ ਪਾਰਟੀ ਦੀ ਸਰਕਾਰ ਇਹ ਤਾਂ ਨਹੀਂ ਚਾਹੁੰਦੀ ਕਿ ਪੰਜਾਬ ਦੇ ਵਿੱਚ ਜਿਹੜਾ ਵਾਇਓਲੇਸ਼ਨ ਹੈ ਉਹ ਵਧੇ। ਜੋ ਕੁਛ ਪਿਛਲੇ 25 ਸਾਲਾਂ 'ਚ ਸਾਡੇ ਪੰਜਾਬ ਦੇ ਸਿਆਸੀ ਆਗੂਆਂ ਨੇ ਸਾਡੇ ਪੰਜਾਬ ਨੂੰ ਦਿੱਤਾ, ਉਹ ਬੜਾ ਮੰਦਭਾਗਾ ਸੀ। ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਬੜਾਵਾ ਦੇਣ ਲਈ, ਦੇਖੋ ਜਿਹੜਾ ਰਾਜ ਭਾਗ ਹੁੰਦਾ ਹੈ
ਰਾਜ ਭਾਗ ਕੋਈ ਵੀ ਨਹੀਂ ਚਾਹੁੰਦਾ, ਕਿਸੇ ਵੀ ਪਾਰਟੀ ਦਾ ਕੋਈ ਵੀ ਨਹੀਂ ਚਾਹੁੰਦਾ ਕਿ ਸਾਡੇ ਹੱਥੋਂ ਖੁੱਸਿਆ ਜਾਏ। ਇਹ ਆਮ ਆਦਮੀ ਪਾਰਟੀ ਨੂੰ ਅੱਜ ਪਹਿਲੀ ਵਾਰ ਪੰਜਾਬ 'ਚ ਸਰਕਾਰ ਬਣਾਉਣ ਦਾ ਮੌਕਾ ਮਿਲਿਆ, ਪੰਜਾਬ ਦੇ ਲੋਕਾਂ ਨੇ ਦਿੱਤਾ। ਕਿਤੇ ਨਾ ਕਿਤੇ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਵਿੱਚੋਂ ਕੁਝ ਲੀਡਰ ਨੇ, ਉਹ ਨਹੀਂ ਚਾਹੁੰਦੇ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਸਹੀ ਰਸਤੇ ਤੇ ਆਵੇ, ਕਿਉਂਕਿ ਇਹਨਾਂ ਕੋਲ ਆਮ ਆਦਮੀ ਪਾਰਟੀ ਦੇ ਖਿਲਾਫ ਕਰੂੜ ਪ੍ਰਚਾਰ ਕਰੇ ਤੋਂ ਬਿਨਾ ਹੋਰ ਕੁਝ ਨਹੀਂ ਬਚਿਆ। ਮਾਨ ਸਾਹਿਬ ਨੇ ਹੁਣ ਤੱਕ ਜਿੰਨੇ ਵੀ ਫੈਸਲੇ ਲਏ ਨੇ ਉਹ ਇਤਿਹਾਸਕ ਨੇ, ਚਾਹੇ ਉਹ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਹੋਣ, ਚਾਹੇ ਨਸ਼ੇ ਨੂੰ ਨੱਥ ਪਾਉਣ ਲਈ ਹੋਣ। ਕਿਉਂਕਿ ਠੀਕ ਹੈ, ਮੈਂ ਇਹ ਗੱਲ ਮੰਨਦਾ ਕਿ ਨਸ਼ੇ ਨੂੰ ਨੱਥ ਪਾਉਣ ਲਈ ਇਦੋਂ ਵੀ ਵੱਡੇ ਉਪਰਾਲੇ ਕਰਨੇ ਪੈਣਗੇ, ਕਿਉਂਕਿ ਅਸੀਂ ਆਪਣੇ ਪੰਜਾਬੀ ਨੌਜਵਾਨਾਂ ਨੂੰ ਵੀ ਦੇਖਣਾ ਕਿ ਜਿਹੜੇ ਇਸ ਨਸ਼ੇ ਦੇ ਆਦੀ ਹੋ ਚੁੱਕੇ ਨੇ ਉਹਨਾਂ ਨੂੰ ਬਚਾਇਆ ਕਿਵੇਂ ਜਾਵੇ। ਸੋ ਕਹਿਣ ਦਾ ਮਤਲਬ ਹੈ ਮੇਰਾ ਕਿ ਕਿਤੇ ਨਾ ਕਿਤੇ ਇਹਨਾਂ ਦੇ ਅੰਦਰ ਇਹ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਦਿਨ ਬ ਦਿਨ ਪੰਜਾਬ ਤੋਂ ਬਾਹਰ ਜਾ ਕੇ ਵੀ ਦੂਜੇ ਸੂਬਿਆਂ ਦੇ ਵਿੱਚ ਪੈਰ ਪਸਾਰ ਰਹੀ ਹੈ। ਭਾਜਪਾ ਵੀ ਕਿਤੇ ਨਾ ਕਿਤੇ ਸੈਂਟਰ 'ਚ ਬੈਠੀ ਇਸ ਗੱਲ ਤੋਂ ਚਿੰਤਤ ਹੈ ਕਿ ਕਾਂਗਰਸ ਹੈ ਜਿਹੜੀ ਹੁਣ ਬਿਲਕੁਲ ਹਾਸ਼ੀਏ 'ਚ ਜਾ ਚੁੱਕੀ ਹੈ। 2024 ਦਾ ਜਿਹੜਾ ਨਿਸ਼ਾਨਾ ਹੈ ਸਾਡਾ ਜਿਹੜਾ ਮੁਕਾਬਲਾ ਕਿਤੇ ਆਮ ਆਦਮੀ ਪਾਰਟੀ ਨਾਲ ਨਾ ਹੋ ਜੇ ਕਈ ਵੱਡੀਆਂ ਸਟੇਟਾਂ ਦੇ ਵਿੱਚ। ਸੋ ਕਿਤੇ ਨਾ ਕਿਤੇ ਇਹ ਸਿਆਸਤ ਦੇ ਹਿੱਸੇ ਹੁੰਦੇ ਨੇ। ਆਉਣ ਵਾਲੇ ਸਮੇਂ 'ਚ ਕਿਤੇ ਨਾ ਕਿਤੇ ਮਾਨ ਸਰਕਾਰ ਵੀ ਲੋਕਾਂ ਸਾਹਮਣੇ ਲਿਆਏਗੀ ਕਿ ਕਰਦੇ ਮਗਰ ਦੇਖੋ ਪਹਿਲਾਂ ਚੱਲਦਾ ਸੀ ਪੰਜਾਬ ਨੂੰ ਲੁੱਟਣ ਲਈ ਅਨਐਥੀਕਲ ਹਿਡਨ ਅਲਾਈਅੰਸ, ਹੁਣ ਆਮ ਆਦਮੀ ਪਾਰਟੀ ਨੂੰ ਘੇਰਨ ਲਈ ਜਾਂ ਪੰਜਾਬ 'ਚ ਕਿਤੇ ਨਾ ਕਿਤੇ ਮਾਹੌਲ ਖਰਾਬ ਕਰਨ ਲਈ ਅਨਐਥੀਕਲ ਹਿਡਨ ਅਲਾਈਅੰਸ ਹੈ। ਜਦੋਂ ਪੰਜਾਬ ਅੱਤਵਾਦ ਦੇ ਦੌਰ ਦੇ ਵਿੱਚ ਸੀ ਉਸ ਸਮੇਂ ਵੀ ਕਿਤੇ ਨਾ ਕਿਤੇ ਉਸ ਸਮੇਂ ਦੇ ਸਿਆਸੀ ਆਕਾ ਹੁੰਦੇ ਸੀ ਉਹਨਾਂ ਦੇ, ਚਾਹੇ ਉਹਨਾਂ ਨੂੰ ਆਪਾਂ ਅੱਤਵਾਦੀ ਕਹਿ ਲਈਏ, ਚਾਹੇ ਅਹਿੰਸਾ ਫੈਲਾਉਣ ਵਾਲੇ ਕਹਿ ਲਈਏ, ਚਾਹੇ ਐਂਟੀ ਸੋਸ਼ਲ ਐਲੀਮੈਂਟਸ ਕਹਿ ਲਈਏ। ਸੋ ਇਹਨਾਂ ਗੱਲਾਂ ਵੱਲ ਪੰਜਾਬ ਦੇ ਲੋਕਾਂ ਨੂੰ ਬੜੀ ਬਰੀਕੀ ਨਾਲ ਸੋਚਣਾ ਪਏਗਾ ਕਿ ਸਰਕਾਰ ਪੰਜਾਬ ਨੂੰ ਕੀ ਕਰ ਰਹੀ ਹੈ, ਕਿ ਮਾਨ ਸਰਕਾਰ ਪੰਜਾਬ ਨੂੰ ਬਰਬਾਦੀ ਦੇ ਰਾਹ ਵੱਲ ਲੈ ਕੇ ਜਾ ਰਹੀ ਹੈ। ਇਹ ਪੰਜਾਬ ਦੇ ਲੋਕ ਤੈਅ ਕਰਨਗੇ ਔਰ ਇਹ 23 ਜੂਨ ਨੂੰ ਸਾਰਾ ਕੁਝ ਤੈਅ ਹੋ ਜਾਣਾ ਔਰ ਸਭ ਨੂੰ ਪਤਾ ਲੱਗ ਜਾਣਾ ਕਿ ਮਾਨ ਸਰਕਾਰ ਦੇ ਜਿੰਨੇ ਵੀ ਵਾਅਦੇ ਕੀਤੇ ਹੋਏ ਨੇ ਜਾਂ ਉਹਨਾਂ ਦੀਆਂ ਜੋ ਕੁਝ ਵੀ ਹੁਣ ਤੱਕ ਦੀਆਂ ਪ੍ਰਾਪਤੀਆਂ ਨੇ ਲੋਕ ਪਸੰਦ ਕਰਦੇ ਨੇ। ਉਹਦੇ ਲਈ ਤਾਂ ਆਪਾਂ ਇੰਤਜ਼ਾਰ ਕਰਾਂਗੇ, ਬਿਲਕੁਲ ਉਹਦੇ ਲਈ ਆਪਾਂ ਇੰਤਜ਼ਾਰ। ਪਹਿਲਾਂ ਤੁਹਾਡੇ ਕੋਲੋਂ ਮੈਂ ਇਸ ਮੁੱਦੇ ਤੇ ਜਵਾਬ ਲੈਣਾ ਹੈ। ਉਹਨਾਂ ਦਾ ਕਹਿਣਾ ਕਿ ਪਿਛਲੇ 25 ਸਾਲ ਦੇ ਵਿੱਚ ਜੋ ਪੰਜਾਬ ਦਾ ਬੇੜਾ ਗਰਕ ਹੋਇਆ ਉਹਦੇ ਲਈ ਇਹੀ ਜਿਹੜੀਆਂ ਰਵਾਇਤੀ ਧਿਰਾਂ ਜ਼ਿੰਮੇਵਾਰ ਹੈ, ਜਿਹਦੇ 'ਚ ਭਾਰਤੀ ਜਨਤਾ ਪਾਰਟੀ ਵੀ ਲਗਾਤਾਰ ਸੱਤਾ 'ਚ ਜਿਹੜੀ ਅਕਾਲੀ ਦਲ ਦੇ ਨਾਲ ਸ਼ਮੂਲੀਅਤ 'ਚ ਰਹੀ ਹੈ। ਉਹ ਕਹਿੰਦੇ ਸਾਨੂੰ ਤਾਂ ਆਇਆਂ ਨੂੰ 3 ਮਹੀਨੇ ਹੋਏ ਆ, ਸਾਨੂੰ ਖਾਮਖਾ ਬਦਨਾਮ ਕਰਨ ਦੇ ਲਈ ਇਹ ਜਿਹੀਆਂ ਜਿਹੜੀਆਂ ਹੈਗੀਆਂ ਗੱਲਾਂ ਘੜੀਆਂ ਜਾ ਰਹੀਆਂ, ਕੀਤੀਆਂ ਜਾ ਰਹੀਆਂ, ਕਿਉਂਕਿ ਰਵਾਇਤੀ ਜਿਹੜੇ ਹੈਗੇ ਛਟਪਟਾ ਰਹੇ ਕਿ ਕਿਵੇਂ ਫੇਰ ਸੱਤਾ 'ਚ ਆ ਸਕਦੇ ਆ। ਦੇਸ਼ ਦੇ ਮੁੱਦੇ ਤੇ ਸਵਾਲ ਤਾਂ ਉਠਾ ਹੀ ਰਹੇ ਹੈ। ਜੀ ਚੰਨੀ ਸਾਹਿਬ ਦੇਖੋ, ਸਿੱਧੂ ਸਾਹਿਬ ਇਹ ਮੇਰਾ ਵੀਰ ਕਹਿ ਰਿਹਾ ਕਿ ਸ਼ਾਇਦ ਆਪੋਜੀਸ਼ਨ ਦੇ ਲੀਡਰ ਵੀ ਕੋਈ ਗੜਬੜ ਕਰਾ ਰਹੇ ਨੇ, ਤੇ ਜਿਹੜਾ ਵੀ ਲੀਡਰ ਕੋਈ ਆਪੋਜੀਸ਼ਨ ਦਾ ਗੜਬੜ ਪਹਿਲਾਂ ਤਾਂ ਕੋਈ ਚਾਹੁੰਦਾ ਨਹੀਂ। ਹਰੇ ਜਿਹੜਾ ਪੰਜਾਬੀ ਉਹ ਪਹਿਲਾਂ ਪੰਜਾਬੀ ਹੈ, ਫਿਰ ਕਿਸੇ ਪੋਲੀਟੀਕਲ ਪਾਰਟੀ ਦਾ, ਫਿਰ ਕੋਈ ਉਹ ਨੇਤਾ ਤੇ ਰਾਜਨੀਤੀ ਉਹ ਬਾਅਦ ਚ ਕਰਦਾ। ਤੇ ਕੋਈ ਪੰਜਾਬੀ ਦਾ ਚਾਹੁੰਦਾ ਨਹੀਂ ਵੀ ਪੰਜਾਬ ਦੇ ਹਾਲਾਤ ਖਰਾਬ ਹੋਣ। ਤੇ ਜੇ ਫਿਰ ਵੀ ਇਹਨਾਂ ਦੇ ਨਿਗਾਹ 'ਚ ਕੋਈ ਬੰਦਾ ਹੈਗਾ ਤੇ ਫੜ ਕੇ ਉਹਨੂੰ ਅੰਦਰ ਕਰਨ। ਜੇ ਕੋਈ ਆਪੋਜੀਸ਼ਨ ਦਾ ਲੀਡਰ ਕੋਈ ਗਲਤ ਕੰਮ ਕਰ ਰਿਹਾ ਹੈ ਜਾਂ ਕਰਵਾ ਰਿਹਾ ਹੈ, ਪਰ ਜਿਹੜੀ ਗਵਰਨਮੈਂਟ ਦੇ ਫੇਲਿਅਰ ਨੇ, ਤੁਸੀਂ ਇਹ ਦੇਖੋ ਇੱਕ ਪਟਿਆਲੇ ਵਰਗਾ ਇੰਸੀਡੈਂਟ ਹੈ ਜਿਹੜਾ ਕਿ ਸ਼ਰਾਰਤੀ ਬੰਦਿਆਂ ਨੂੰ, ਕੁਝ ਬੰਦਿਆਂ ਨੂੰ ਫੜ ਕੇ ਇਹ ਉਹ ਪ੍ਰੀਵੈਂਟ ਹੋ ਸਕਦਾ ਸੀ, ਉਹਦੀ ਪ੍ਰੀਵੈਂਸ਼ਨ ਨਹੀਂ ਕੀਤੀ। ਫਿਰ ਜਿਹੜਾ ਮੂਸੇਵਾਲੇ ਦਾ ਕਾਂਡ ਹੈਗਾ ਉਹਦੀ ਵੀ ਜੇ ਪਬਲਿਸਿਟੀ ਨਾ ਕਰਦੇ, ਸਿਕਿਉਰਿਟੀ ਵੱਧਦੀ ਰਹਿੰਦੀ ਹੈ, ਘਟਦੀ ਰਹਿੰਦੀ ਹੈ। IB ਕਹਿੰਦੀ ਹੈ ਕਿ ਇਹਨੂੰ ਸਿਕਿਉਰਿਟੀ ਚਾਹੀਦੀ ਹੈ। ਇਹ ਪਤਾ ਨਹੀਂ ਕਿਹੜੀ ਰਿਪੋਰਟ ਇਹਨਾਂ ਨੇ ਕੱਢੀ ਜਿਹਦੇ ਨਾਲ ਫਿਰ ਉਹਨੂੰ ਪਬਲਿਸ਼ ਕੀਤਾ। ਇਹ ਤਾਂ ਮਤਲਬ ਉਹਦੇ ਤੇ ਵਾਹ ਖੱਟਣੀ ਚਾਹ ਰਹੇ ਸੀਗੇ ਵੀ ਅਸੀਂ ਜੀ ਆਹ ਕਰਤਾ ਸੀ, ਆਹ ਕਰਤਾ। ਗੱਲ ਹੈਗੀ ਮੁੱਦਿਆਂ ਦੀ, ਗੱਲ ਹੈਗੀ ਪੰਜਾਬ ਦੀ। ਪਹਿਲਾਂ ਪੰਜਾਬ ਹੈ, ਪੰਜਾਬ ਦੇ ਵਾਸਤੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਨਜਿੱਠਣ। ਜਿਹੜੀਆਂ ਫਰੈਂਡਸ ਹੈਗੀਆਂ ਨੇ ਨਾ ਇੱਧਰਲੀ ਉੱਧਰ ਗੱਲਾਂ ਛੋਟੀਆਂ ਮੋਟੀਆਂ, ਉਹਨਾਂ ਤੇ ਵਾਹ ਖੱਟਣ ਦੀ ਲੋੜ ਨਹੀਂ ਹੈਗੀ। ਤੇ ਜਿਹੜੀਆਂ ਗਰੰਟੀਆਂ ਦਿੱਤੀਆਂ ਉਹ ਗਰੰਟੀਆਂ ਦੀ ਗੱਲ ਕਰ। ਚੰਨੀ ਸਾਹਿਬ ਆਪਾਂ ਗਰੰਟੀਆਂ ਦੇ ਮੁੱਦਿਆਂ ਦਾ ਇੱਕ MOU ਸਾਈਨ ਕੀਤਾ। ਅੱਛਾ, ਅਜੇ ਤੱਕ ਭਗਵੰਤ ਮਾਨ ਜੀ ਤੇ ਇਹਨਾਂ ਦੇ ਐਜੂਕੇਸ਼ਨ ਮਿਨਿਸਟਰ ਨੇ ਪੰਜਾਬ ਦੇ ਬੱਚਿਆਂ ਨੂੰ ਤੇ ਪੰਜਾਬ ਦੇ ਟੀਚਰਸ ਤੇ ਪੇਰੈਂਟਸ ਨੂੰ ਜਿਹੜੇ ਕਿ 1 ਨੰਬਰ ਤੇ ਆਏ ਨੇ NAS ਦੇ ਵਿੱਚ, ਉਹਦੀ ਸ਼ਾਬਾਸ਼ ਨਹੀਂ ਦੇ ਸਕੇ। ਇਹ ਜੇ ਕਿਤੇ ਪਹਿਲਾਂ ਚਲੋ ਐਜੂਕੇਸ਼ਨ ਦੇ ਮੁੱਦੇ ਤੇ ਆਪਾਂ ਫਿਰ ਐਜੂਕੇਸ਼ਨ ਦਾ ਮੁੱਦਾ ਆਪਣਾ ਅੱਜ ਪੂਰਾ ਸਬਜੈਕਟ ਹੈ, ਆਪਾਂ ਉਸ ਮੁੱਦੇ ਤੇ ਗੱਲ ਕਰਦੇ ਹਾਂ। ਚੰਨੀ ਸਾਹਿਬ ਮੈਂ ਪਰ ਇਸ ਮੁੱਦੇ ਤੇ ਮੈਂ ਜ਼ਰੂਰ ਜਵਾਬ ਚਾਹਾਂਗਾ ਜਿਹੜੀ ਕਿ ਬੰਦੇ ਕਿੰਨੇ ਇਨਸੈਂਸਿਟਿਵ ਹੋ ਸਕਦੇ ਨੇ।
ਤੇ ਮੇਰਾ ਵੀਰ ਕਮਰ ਹਰਪ੍ਰੀਤ ਵੀ ਬਹੁਤ ਰੌਲਾ ਪਾ ਰਿਹਾ ਸੀਗਾ। ਇਹ ਤਾਂ ਅੱਜ ਜਿਹੜੀ ਈਡੀ ਦੇ ਅੱਗੇ ਪੇਸ਼ੀ ਹੋਈ ਹੈ ਨਾ ਰਾਹੁਲ ਗਾਂਧੀ ਜੀ ਦੀ, ਇਹ ਸਾਰਾ ਉਹਦੀ ਬਦੌਲਤ ਹੈ। ਤੇ ਉਹ ਨੈਸ਼ਨਲ ਹੈਰਲਡ ਦਾ ਕੇਸ ਜਿਹੜਾ ਹੈਗਾ ਇਹਦੇ ਵਿੱਚੋਂ ਤਾਂ ਮੇਰਾ ਖਿਆਲ ਮੈਂ ਇਹਨੇ ਕਹਿ ਨਹੀਂ ਸਕਦਾ, ਪਰ ਰੱਬ ਵੀ ਨਹੀਂ ਬਚਾ ਸਕਦਾ। ਇਹ ਤਾਂ ਇਹੋ ਜਿਹਾ ਫੂਲ ਚੰਨੀ ਸਾਹਿਬ ਬਿਲਕੁਲ, ਚੰਨੀ ਸਾਹਿਬ ਆਪਾਂ ਰਾਹੁਲ ਦੇ ਮੁੱਦੇ ਤੇ ਆਪਾਂ ਜਵਾਬ ਲੈਣੇ ਆ, ਪਰ ਇਹੀ ਤਾਂ ਆਪੋਜੀਸ਼ਨ ਵਾਲੇ ਕਹਿੰਦੇ ਆ ਕਿ ਈਡੀ ਤੇ ਜਿਹੜੀਆਂ ਦੇਸ਼ ਦੀਆਂ ਏਜੰਸੀਆਂ ਹੈਗੀਆਂ ਉਹ ਰੱਖੀਆਂ ਇਸ ਕੰਮ ਲਈ ਹੈ। ਵਿਰੋਧੀ ਤਰ੍ਹਾਂ ਇਹੀ ਦੋਸ਼ ਲਾਉਂਦੀਆਂ ਕਿ ਬਾਹ ਮਰੋੜ ਦੇ ਆਗੂਆਂ ਦੀ ਤੇ ਕਦੇ ਫਿਰ ਉਹ ਭਾਜਪਾ 'ਚ ਸ਼ਾਮਲ ਹੋ ਜਾਂਦੇ ਆ ਜਾਂ ਉਹਨਾਂ ਦੀ ਬਾਹ ਮਰੋੜੀ ਜਾਂਦੀ ਹੈ। ਇਹੀ ਤਾਂ ਐਲੀਗੇਸ਼ਨ ਲਾ ਰਹੇ ਆ। ਜਗਤਾਰ ਜੀ ਇਹ ਪੁੱਠੇ ਕੰਮ ਕਿਉਂ ਕਰਦੇ ਨੇ? ਇਹ ਠੱਗੀਆਂ ਕਿਉਂ ਮਾਰਦੇ ਨੇ? ਇਹ ਮਤਲਬ ਜਿਹੜੀ ਇਹਨਾਂ ਦੀ ਆਈਡੀਆਜ਼ ਕੱਢ ਲਓ ਕੀ ਕਹਿੰਦੀਆਂ ਨੇ, ਤੇ ਲੋਨ ਲਿਆ, ਇੰਟਰਸਟ ਲਿਆ, ਕੀ ਕੀਤਾ ਕੀ ਨਹੀਂ। ਮੈਂ ਬਹੁਤ ਵੱਡੀ ਡਿਟੇਲ ਦੀ ਜਾਣਾ ਚਾਹੁੰਦਾ, ਥੋੜਾ ਟਾਈਮ ਲੱਗੂਗਾ। ਅਦਰਵਾਈਜ਼ ਇਸ ਕੇਸ ਦੇ ਵਿੱਚੋਂ ਇਹ ਨਹੀਂ ਬਰੀ ਹੋ ਸਕਦੇ, ਨਾ ਇਹਨਾਂ ਨੂੰ ਕੋਈ ਬਰੀ ਕਰ ਸਕਦਾ। ਚਲੋ ਇਹ ਤਾਂ ਆਪਾਂ ਜਵਾਬ ਲੈਣੇ ਆ ਚੰਨੀ ਸਾਹਿਬ, ਇਹ ਤਾਂ ਜਵਾਬ ਲੈਣੇ ਆਪਾਂ, ਪਰ ਇਹ ਕਹਿ ਰਿਹਾ ਕਿ ਸਾਡੇ 'ਚੋਂ ਕਈ ਨੇਤਾ ਜਿਨ੍ਹਾਂ ਦੀਆਂ ਫਾਈਲਾਂ ਆਪ ਵਾਲੇ ਖੋਲ੍ਹਣ ਨੂੰ ਫਿਰਦੇ ਆ ਜਾਂ ਖੁੱਲ੍ਹ ਚੁੱਕੀਆਂ, ਉਹ ਭਾਜਪਾ ਚਲੇ ਗਏ। ਕਹਿੰਦੇ ਭਾਜਪਾ 'ਚ ਜਾਣ ਦੇ ਨਾਲ ਫਿਰ ਦੋ ਤੋਤੇ ਹੋ ਜਾਂਦੇ ਆ, ਜਿਨ੍ਹਾਂ ਦੀਆਂ ਫਾਈਲਾਂ ਖੁੱਲ੍ਹ ਜਾਂਦੀਆਂ ਭਾਜਪਾ ਜਾ ਕੇ ਸਾਰਾ ਕੁਝ ਠੀਕ ਹੋ ਜਾਂਦਾ ਹੈ। ਮੈਂ ਦਿੰਦਾ ਇਸ ਗੱਲ ਦਾ ਜਵਾਬ। ਮੈਂ ਇਹ ਕਹਿੰਦਾ ਕਿ ਇਹਨਾਂ ਨੇ ਇੰਨਾ ਗੰਦ ਕਿਉਂ ਪਾਇਆ ਸੀ? ਗੰਦ ਤਾਂ ਭਾਜਪਾ ਨੇ ਨਹੀਂ ਪਾਇਆ, ਲਵੇੜੇ ਤਾਂ ਇਹਨਾਂ ਨੇ ਉਹ ਬੰਦੇ ਜੀ। ਤੇ ਭਾਜਪਾ ਕੋਲੇ ਇੱਕ ਜਿਵੇਂ ਆਪਣਾ ਲੋਟਰੀ ਦੀ ਮਸ਼ੀਨ ਵੀ ਇਹ ਕਹਿੰਦੇ ਨੇ ਵੀ ਹੈਗੀ ਹੈ ਕੋਈ ਬਹੁਤ ਵੱਡੀ, ਤੋਂ ਵੱਡੀ ਲੋਟਰੀ ਦੀ ਮਸ਼ੀਨ ਇਹ ਹੈ ਵੀ ਜਿਹੜਾ ਬੰਦਾ ਭਾਜਪਾ ਚੱਲਦਾ ਹੈ ਉਹ ਇੱਕ ਸੂਈ ਦੇ ਜਿਹੜੇ ਨਕਾਰਾ ਹਨ ਉਹਦੇ ਵਿੱਚ ਦੀ ਕੱਢਿਆ ਜਾਂਦਾ, ਕੱਢ ਕੇ ਰੱਖਿਆ ਜਾਂਦਾ। ਅਸੀਂ ਉਹਦੇ ਪਿਛਲੇ ਕਰਮਾਂ ਦਾ ਭਾਗੀਦਾਰ ਨਹੀਂ ਹੈਗੇ, ਪਰ ਜਿਹੜਾ ਬੰਦਾ ਸਾਡੀ ਵਿਚਾਰਧਾਰਾ ਵਿੱਚ ਆਊਗਾ ਉਹ ਇਸ ਪਾਰਟੀ ਦੇ ਵਿੱਚ ਤਾਂ ਰਹਿ ਪਾਊਗਾ ਜੇ ਉਹ ਸਾਫ਼ ਸੁਥਰਾ ਆਪਣਾ ਕੰਡਕਟ ਰੱਖੇਗਾ ਅੱਗੇ ਤੋਂ। ਪਿਛਲਾ ਨਹੀਂ ਅਸੀਂ ਉਹਦੇ ਸਾਂਝੀਦਾਰ ਨਹੀਂ ਹੈਗੇ। ਤੇ ਇਹ ਗੱਲਾਂ ਕਰਦੇ ਵੱਡੇ ਇਹਨਾਂ ਨੇ 5 ਸਾਲਾਂ 'ਚ ਕੀਤਾ ਕੀ ਹੈ? ਕੈਪਟਨ ਸਾਹਿਬ ਨੇ ਕੀ ਕੀਤਾ? ਅਸੀਂ ਤਾਂ ਭਾਰ ਚੱਕ ਲਿਆ, ਗਲਤੀ ਨਾਲ ਬੇਵਕੂਫੀ ਹੋ ਗਈ ਸਾਡੇ ਕੋਲੋਂ। ਤੇ ਚੰਨੀ ਨੇ ਕੀ ਕੀਤਾ? ਵੱਡੀ ਗੱਲ ਚੰਨੀ ਸਾਹਿਬ ਮੈਂ ਸਵਾਲ ਲੈਣਾ, ਮੈਂ ਅੱਗੇ ਸਵਾਲ ਲੈਣਾ। ਤੁਸੀਂ ਵੱਡੀ ਗੱਲ ਕਹਿ ਰਹੇ ਹੋ ਕਿ ਕੈਪਟਨ ਅਮਰਿੰਦਰ ਨਾਲ ਭਾਜਪਾ ਨੇ ਆਪ ਹੀ ਤਾਂ ਹੱਥ ਮਿਲਾਇਆ। ਉਹੀ ਕੈਪਟਨ ਅਮਰਿੰਦਰ ਜਿਹੜਾ ਕੱਚ 'ਚ ਫਾਈਲ ਮਾਰ ਕੇ ਕਹਿੰਦਾ ਸੀ ਕਿ ਮੈਂ ਲੈ ਕੇ ਆਊਂਗਾ 5-7 ਮਿਨਿਸਟਰ ਜਿਹੜੇ ਹੈਗੇ ਆ, ਮੇਰੇ ਕੋਲ ਫਾਈਲ ਹੈ ਜਿਨ੍ਹਾਂ ਦੇ ਦੋਸ਼ ਬਣੇ ਹੋਏ ਆ, ਕਾਂਗਰਸ ਦੀ ਲੀਡਰਸ਼ਿਪ ਨੇ ਸੁਣੀ ਨਹੀਂ, ਮੈਂ ਹੁਣ ਇੱਧਰ ਆ ਗਿਆ। ਸੋ ਉਹੀ ਕੈਪਟਨ ਅਮਰਿੰਦਰ ਤਾਂ ਗੱਲਾਂ ਕਰਦਾ ਸੀ ਭਾਜਪਾ ਦੇ ਨਾਲ ਬੈਠ ਕੇ। ਉਹ ਦੇਖੋ ਉਹ ਇਹ ਸੀਗਾ ਕਿ ਸ਼ਾਇਦ ਇਹ ਕੁਝ ਕੱਢੇਗਾ, ਪਰ ਉਹਨੇ ਕੱਢਿਆ ਨਹੀਂ। ਜੇ ਨਹੀਂ ਕੱਢਿਆ ਤੇ ਉਹ ਹੁਣ ਪਿੱਛੇ ਆਏ ਸੀਗੇ ਅਮਿਤ ਸ਼ਾਹ ਜੀ, ਸਾਡੇ ਸਾਰੇ ਵਰਕਰਸ ਨੂੰ ਐਡਰੈਸ ਕੀਤਾ। ਉਹਨਾਂ ਨੇ ਕਿਹਾ ਅਸੀਂ ਇਕੱਲੇ ਤੇ ਇਕੱਲੇ, ਸਾਡੇ ਨਾਲ ਜਿਹੜਾ ਆਊਗਾ ਛੋਟਾ ਭਰਾ ਆਊਗਾ, ਵੱਡਾ ਬਣ ਕੇ ਨਹੀਂ ਆ ਸਕਦਾ। ਵੱਡਿਆਂ ਦਾ ਭਾਰ ਅਸੀਂ ਚੱਕ ਕੇ ਦੇਖ ਲਿਆ, ਪਹਿਲਾਂ ਅਕਾਲੀਆਂ ਦਾ ਤੇ ਫਿਰ ਅਸੀਂ ਕੈਪਟਨ ਦਾ। ਬਿਲਕੁਲ ਠੀਕ ਹੈ, ਅਸੀਂ ਚਾਹੇ ਜੋ ਥੈਂਕ ਯੂ ਵੈਰੀ ਮਚ। ਆਪਣੇ ਨਾਲ ਅੱਜ ਅਕਾਲੀ ਦਲ ਦੇ ਸਪੋਕਸ ਪਰਸਨ ਹੈ ਨਹੀਂ ਗਏ, ਨਹੀਂ ਤਾਂ ਆਪਾਂ ਪੁੱਛ ਲੈਂਦੇ ਵੀ ਵੱਡੇ ਭਾਈ ਹੁਣ ਕਿੱਥੇ ਚਲੇ ਗਏ। ਕਮਰ ਜੀ ਇਸ ਮਾਮਲੇ ਤੇ ਗੱਲ ਕਰ ਰਹੇ ਆ, ਰਮਨ ਜੀ ਨੇ ਵੀ ਗੱਲ ਕੀਤੀ ਹੈ, ਇਸ ਤਰੀਕੇ ਨਾਲ ਚੰਨੀ ਸਾਹਿਬ ਵੀ ਕਹਿ ਰਹੇ ਆ। ਉਹ ਕਹਿੰਦੇ ਵੀ ਹੁਣ ਜਦੋਂ ਪੇਸ਼ੀਆਂ ਭੁਗਤ ਰਹੇ ਆ ਆਪਾਂ ਈਡੀ ਦੇ ਅੱਗੇ, ਆਪਣੇ ਦੇਸ਼ ਦੇ ਜਿਹੜੇ ਕੌਮੀ ਨੇਤਾ ਹੈ, ਤੇ ਤਾਂ ਤੁਸੀਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਐਲੀਗੇਸ਼ਨ ਉਠਾਉਂਦੇ ਹੋ। ਜੇ ਤੁਸੀਂ ਇਸ ਤਰ੍ਹਾਂ ਦਾ ਕਾਂਗਰਸ ਦੇ ਅੰਦਰ ਉਹਨੇ ਸ਼ਬਦ ਵਰਤਾ, ਜੇ ਖਲਾਰਾ ਪਿਆ, ਗੰਦ ਪਿਆ, ਤੇ ਤਾਂ ਹੀ ਇਹ ਪ੍ਰਸਿੱਧੀਆਂ ਬਣੀਆਂ ਕਾਂਗਰਸ ਦੀਆਂ। ਠੀਕ ਕਮਰ ਜੀ, ਗੱਲ ਪਤਾ ਕੀ ਹੈ ਵੀ ਚੰਨੀ ਸਾਹਿਬ ਨਾ ਸਾਡੇ ਬਹੁਤ ਪਿਆਰੇ ਵੱਡੇ ਭਰਾ ਨੇ, ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ, ਪਰ ਕਈ ਵਾਰੀ ਨਾ ਆਪਣੀ ਗੱਲ 'ਚ ਆਪ ਹੀ ਫਸ ਜਾਂਦੇ ਆ। ਪਹਿਲਾਂ ਕਹਿੰਦੇ ਕੈਪਟਨ ਸਾਹਿਬ ਨੇ ਕੀਤਾ ਕਿ ਫਿਰ ਇਹਨਾਂ ਨੂੰ ਯਾਦ ਆ ਗਿਆ ਉਹ ਤਾਂ ਹੁਣ ਸਾਡੇ ਨਾਲ ਨੇ, ਹੁਣ ਗੱਲ 'ਚ ਫਸ ਗਏ, ਇਸ ਕਰਕੇ ਹੁਣ ਐਵੇਂ ਗੋਲ ਗੋਲ ਘੁਮਾਈ ਜਾਂਦੇ। ਕੋਈ ਗੱਲ ਨਹੀਂ, ਮੈਂ ਤਾਂ ਸਤਿਕਾਰ ਕਰਦਾ। ਗੱਲ ਇਹ ਹੈ ਵੀ ਇੱਕ ਗੱਲ ਉਹ ਕਹਿੰਦੇ ਨਾ ਸਾਡੇ ਪਿੰਡਾਂ 'ਚ ਆਮ ਕਹਿੰਦੇ ਵੀ ਘੁੰਮਣ ਘੁਮਾਉਣ ਨੂੰ ਤਾਂ ਮੋਦੀ ਸਾਹਿਬ ਰੱਖਿਆ, ਈਡੀ ਤਾਂ ਰੱਖੀ ਆ ਧਿਆਨ ਭਟਕਾਉਣ ਨੂੰ। ਮਸਲਾ ਇਸ ਗੱਲ ਦਾ ਹੈ ਵੀ ਮੋਦੀ ਸਾਹਿਬ ਜਿਹੜਾ ਹੈਗਾ ਨਾ ਉਹ ਪੂਰੀ ਤਰ੍ਹਾਂ ਨਾਲ ਪਾਵਰ ਨੂੰ ਇੰਜੋਏ ਕਰ ਰਹੇ ਆ। ਪਿੱਛੇ ਜਿਹੜੀ ਉਹਨਾਂ ਦੀ ਟੀਮ ਬੈਠੀ ਹੈ, ਅਮਿਤ ਸ਼ਾਹ ਹੋਰੀ ਜਾਂ ਹੋਰ ਬੰਦੇ, ਉਹਨਾਂ ਦਾ ਕੰਮ ਸਿਰਫ ਇਹ ਆ ਵੀ ਜਦੋਂ ਕੋਈ ਇਲੈਕਸ਼ਨ ਨੇੜੇ ਆ ਗਈ ਉਦੋਂ ਕੋਈ ਨਾ ਕੋਈ ਮਸਲਾ ਖੋਲ ਲਓ। ਅੱਜ 8 ਸਾਲ ਹੋ ਗਏ ਯਾਰ, ਸ਼ਰਮ ਕਰੋ, 8 ਸਾਲ ਹੋ ਗਏ ਸਰਕਾਰ ਬਣੀ ਨੂੰ। ਮੈਂ ਚੰਨੀ ਸਾਹਿਬ ਤੁਹਾਨੂੰ ਨਹੀਂ ਕਹਿ ਰਿਹਾ, ਲੇਕਿਨ ਮੈਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੋਰ ਲੀਡਰਸ਼ਿਪ ਹੈ ਨਾ ਕੇਂਦਰ ਦੀ, ਮੈਂ ਬਿਲਕੁਲ ਉਹਨਾਂ ਨੂੰ ਮੈਂ ਇਸ ਗੱਲ ਦੇ ਲਈ ਬੜੀ ਲਾਹਨਤਾ ਪਾਉਣ ਨੂੰ ਜੀ ਕਰਦਾ ਵੀ ਯਾਰ ਕਿੱਦਾਂ ਦੀ ਤੁਸੀਂ ਗਵਰਨੈਂਸ ਹੈ ਤੁਹਾਡੀ। ਲੋਕ ਤੁਸੀਂ ਕਹਿੰਦੇ ਸੀ ਅਸੀਂ ਪਤਾ ਨਹੀਂ ਇੱਥੇ ਕੀ ਬਾਹਰਲੇ ਮੁਲਕ ਵਾਲਾ ਸਿਸਟਮ ਲਿਆਵਾਂਗੇ, 8 ਸਾਲ ਤੋਂ ਤੁਹਾਡੇ ਤੋਂ ਕੁਝ ਨਹੀਂ ਹੋਇਆ। ਕਦੇ ਤੁਸੀਂ ਨੋਟਬੰਦੀ ਕਰ ਦਿੰਦੇ ਹੋ, ਕਦੇ ਤੁਸੀਂ ਗਲਤ ਜਿਹਾ GST ਲਿਆ ਦਿੰਦੇ ਹੋ, ਕਦੇ ਤੁਸੀਂ ਹੋਰ ਲੋਕਾਂ ਨੂੰ ਧਾਰਮਿਕ ਮੁੱਦਿਆਂ ਦੇ ਉੱਤੇ ਲੜਾਉਣ ਤੁਰ ਪੈਂਦੇ ਹੋ। ਮਤਲਬ ਕੀ ਇਹ ਇੱਕ ਖੇਡ ਹੋ ਰਹੀ ਹੈ? ਲੋਕਾਂ ਨੂੰ ਘੱਟੋ ਘੱਟ ਯਾਰ ਬੰਦੇ ਤਾਂ ਸਮਝੋ, ਇਹ ਕੋਈ ਤਰੀਕਾ ਨਹੀਂ ਹੈ ਜਿਸ ਤਰੀਕੇ ਨਾਲ ਸਰਕਾਰ। ਕਮਰ ਜੀ ਇੱਕ ਸਵਾਲ ਮੈਂ ਤੁਹਾਡੇ ਤੋਂ ਲੈਣਾ ਚਾਹੁੰਦਾ। ਕਮਰ ਜੀ ਆਈ ਐਮ ਸੌਰੀ, ਮੈਂ ਚੰਨੀ ਸਾਹਿਬ ਆਉਣਾ ਤੁਹਾਡੇ ਵੱਲ।
ਕਮਰ ਜੀ ਜਿਹੜੀ ਉਹ ਗੱਲ ਕਹਿ ਰਿਹਾ ਹੈ, ਜਿੱਦਾਂ ਧਰਮਸੋਤ ਵਰਗੇ ਨੇਤਾ ਹੈਗੇ ਆ ਜਿਨ੍ਹਾਂ ਦੇ ਬਾਰੇ ਸਵਾਲ ਉੱਠ ਰਹੇ ਸੀ, ਉਹ ਕਹਿੰਦੇ ਜੇ ਉਹਨਾਂ ਆਪਣੇ ਵੇਲਿਆਂ 'ਚ ਕਾਂਗਰਸ ਨੇ ਉਹਨਾਂ ਨੂੰ ਕਲੀਨ ਚਿੱਟ ਨਾ ਦਿੱਤੀ ਹੁੰਦੀ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਉਹ ਕਹਿੰਦੇ ਕਾਂਗਰਸ ਦੇ ਨੇਤਾ ਹੀ ਆਪ ਜ਼ਿੰਮੇਵਾਰ ਹੈ ਜਿਹਦੇ ਕਰਕੇ ਸਾਰਾ ਕੁਝ ਵਾਪਰਿਆ। ਦੇਖੋ ਕਾਂਗਰਸ ਦੇ ਨੇਤਾ ਜਿਹੜੇ ਜ਼ਿੰਮੇਵਾਰ ਸੀਗੇ ਪਤਾ ਨਹੀਂ ਕਿਸ ਕੰਮ ਲਈ ਜ਼ਿੰਮੇਵਾਰ ਹੈ, ਕਿ ਜਿਹੜੇ ਤਾਂ ਰਹਿ ਗਏ ਕਾਂਗਰਸ ਦੇ ਵਿੱਚ ਉਹਨਾਂ ਮਗਰ ਤਾਂ ਇਹਨਾਂ ਨੇ ਏਜੰਸੀਆਂ ਪਾਤੀਆਂ ਵੀ ਫਲਾਣੇ ਤੇ ਕੇਸ ਬਣਾ ਲਓ ਫਲਾਣੇ, ਕਿਉਂਕਿ ਸਾਰਾ ਕੁਝ ਤਾਂ ਇਹਨਾਂ ਕੋਲ ਆ। ਉਹ ਜਿਹੜੀਆਂ ਏਜੰਸੀਆਂ ਉਹ ਇਹਨਾਂ ਦੇ ਤੋਤੇ ਆ, ਜਿਸ ਤਰੀਕੇ ਨਾਲ ਇਹ ਕਹਿੰਦੇ ਆ ਉਸ ਤਰੀਕੇ ਨਾਲ ਜੋ ਸਿਖਾਉਂਦੇ ਆ ਉਹ ਬੋਲਦੇ ਆ। ਜਿਹੜੇ ਇਹਨਾਂ ਵੱਲ ਚਲੇ ਗਏ ਉਹ ਸਾਰੇ ਜਿਹੜੇ ਆ ਉਹ ਵਾਸ਼ਿੰਗ ਮਸ਼ੀਨ ਨਵੀਂ ਇਹਨਾਂ ਨੇ ਲਿਆਂਦੀ, ਕੋਈ ਵਧੀਆ ਵਾਸ਼ਿੰਗ ਪਾਊਡਰ ਪਤਾ ਨਹੀਂ ਕਿੱਥੋਂ ਇੰਪੋਰਟ ਕੀਤਾ, ਉਹਦੇ 'ਚ ਪਾ ਕੇ ਉਹਨਾਂ ਨੂੰ ਐਨ ਸਾਫ਼ ਇਮੇਜ ਕਰਕੇ ਬਾਹਰ ਕੱਢ ਲਿਆਉਂਦੇ ਆ। ਇਹ ਕੋਈ ਤਰੀਕਾ ਥੋੜੀ ਹੈ। ਦੁਨੀਆ ਦੇਖ ਰਹੀ ਹੈ, ਜਨਤਾ ਇਹ ਦੇਸ਼ ਦੀ ਜਨਤਾ ਦੇਖ ਰਹੀ ਹੈ ਵੀ ਕਿਸ ਤਰੀਕੇ ਨਾਲ ਤਾਕਤ ਦਾ ਜਿਹੜਾ ਹੈਗਾ ਨਾ ਮਿਸਯੂਜ਼ ਕੀਤਾ ਜਾ ਰਿਹਾ ਹੈ। ਔਰ ਇਹ ਤਾਂ ਕਦੇ ਦੇਖੋ ਰਾਜਾ ਰਜਵਾੜਿਆਂ ਦੇ ਟਾਈਮ ਤੇ ਨਹੀਂ ਹੋਇਆ ਸੀ, ਇਹ ਲੋਕਤੰਤਰ 'ਚ ਹੋ ਰਿਹਾ। ਅੱਜ ਸ਼ਰਮ ਆਉਂਦੀ ਹੈ ਸਾਨੂੰ ਆਪਣੀ ਡੈਮੋਕ੍ਰੇਸੀ ਨੂੰ। ਡੈਮੋਕ੍ਰੇਸੀ ਕਹਿੰਦੇ ਲੋਕ ਸਾਨੂੰ ਕਹਿੰਦੇ ਆ, ਜਦੋਂ ਅਸੀਂ ਕਿਤੇ ਬਾਹਰ ਜਾਈਦਾ ਜਾਂ ਬਾਹਰਲੇ ਬੰਦੇ ਸਾਨੂੰ ਕਾਲ ਕਰਦੇ ਆ ਜਾਂ ਸਾਡੇ ਕੋਲ ਆਉਂਦੇ ਆ, ਉਹ ਕਹਿੰਦੇ ਵੀ ਤੁਹਾਡੇ ਇੱਥੇ ਤੁਸੀਂ ਕਹਿੰਦੇ ਹੋ ਵੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ, ਇਹ ਤਾਂ ਦੁਨੀਆ ਦੀ ਸਭ ਤੋਂ ਬੇਕਾਰ ਡੈਮੋਕ੍ਰੇਸੀ ਨਜ਼ਰ ਆ ਰਹੀ ਹੈ। ਸੋ ਇਸ ਕਰਕੇ ਮੇਰੀ ਬੇਨਤੀ ਹੈ, ਇੱਕ ਮਿੰਟ ਮੇਰੀ ਗੱਲ ਕੰਪਲੀਟ ਹੋ। ਮੇਰੀ ਬੇਨਤੀ ਹੈ ਵੀ ਘੱਟੋ ਘੱਟ ਹੋਰ ਨਹੀਂ ਕੁਝ ਤਾਂ ਘੱਟੋ ਘੱਟ ਆਪਣੀ ਛਵੀ ਨੂੰ ਕਲੀਨ ਰੱਖਣ ਲਈ ਨਾ ਇਹਨਾਂ ਨੂੰ ਥੋੜਾ ਜਿਹਾ ਲਿਹਾਜ਼ ਕਰਨਾ ਚਾਹੀਦਾ। ਇਹਨਾਂ ਨੂੰ ਇਹੋ ਜਿਹੀਆਂ ਜਿਹੜੀਆਂ ਕਰਤੂਤਾਂ ਕਰ ਰਹੇ ਉਹਨਾਂ ਤੋਂ ਬਾਜ਼ ਆਉਣਾ ਚਾਹੀਦਾ, ਨਹੀਂ ਤਾਂ ਇਸ ਦੇਸ਼ ਦੇ ਵਿੱਚ ਸਿਵਲ ਵਾਰ ਲੱਗਣ ਤੋਂ ਕੋਈ ਰੋਕ ਨਹੀਂ ਸਕੇਗਾ। ਜੀ ਚੰਨੀ ਜੀ, ਪ੍ਰੋਫੈਸਰ ਮਨਜੀਤ ਸਿੰਘ ਵੀ ਇੰਤਜ਼ਾਰ ਕਰ ਰਹੇ ਆ, ਪਰ ਕਿਉਂਕਿ ਸਵਾਲ ਜਿਸ ਤਰ੍ਹਾਂ ਦਾ ਕਰਕੇ ਜਾ ਰਹੇ ਆ ਹਰਪ੍ਰੀਤ ਜੀ, ਇਸ ਕਰਕੇ ਮੈਂ ਚਾਹੁੰਦਾ ਕਿ ਫੌਰੀ ਤੌਰ ਤੇ ਸੰਖੇਪ 'ਚ ਇਸ ਮੁੱਦੇ ਤੇ ਤੁਸੀਂ ਜਵਾਬ ਜ਼ਰੂਰ ਦਿਓ। ਉਹ ਕਹਿੰਦੇ ਭਾਜਪਾ ਨੇ ਅਜਿਹੀ ਸਥਿਤੀ ਬਣਾਤੀ ਹੈ ਕਿ ਦੇਸ਼ 'ਚ ਸਿਵਲ ਵਾਰ ਲੱਗਣ ਵਾਲੀ ਗੱਲ ਬਣਦੀ ਹੈ, ਜੋ ਹਾਲਾਤ ਬਣ ਗਏ ਇਸ ਵੇਲੇ। ਜਿਹੜੀ ਲਿਸਟ ਕੈਪਟਨ ਸਾਹਿਬ ਕਿਸੇ ਵੇਲੇ ਕਹਿੰਦੇ ਸੀ ਵੀ ਮੈਂ ਸੋਨੀਆ ਜੀ ਨੂੰ ਦਿੱਤੀ, ਤੇ ਪਤਾ ਨਹੀਂ ਸੋਨੀਆ ਜੀ ਨੇ ਕਿਉਂ ਰੋਕਿਆ ਕੈਪਟਨ ਸਾਹਿਬ ਨੂੰ ਵੀ ਤੁਸੀਂ ਇਹਨਾਂ ਨੂੰ ਇਦਾਂ ਹੀ ਲੁੱਟਣ ਦਿਓ। ਕੈਪਟਨ ਸਾਹਿਬ ਤੋਂ ਪੁੱਛੋ, ਕੈਪਟਨ ਸਾਹਿਬ ਕਰਨ ਜਨਤਕ ਕਿਉਂ ਨਹੀਂ ਕਰਦੇ? ਇੱਕ ਮਿੰਟ, ਤੁਸੀਂ ਕੈਪਟਨ ਸਾਹਿਬ ਦੇ ਗੱਲ ਦਾ ਹਵਾਲਾ ਦਿੰਦੇ ਹੋ, ਕੈਪਟਨ ਸਾਹਿਬ ਕਰਨ ਨਾ ਜਨਤਕ, ਉਹਦੇ ਨਾਲ ਉਹਨਾਂ ਦਾ ਵੀ ਤਾਂ ਕਿਰਦਾਰ ਨੰਗਾ ਹੋਊਗਾ। ਜੇ ਉਹ ਕਰਨ ਜਨਤਕ ਔਰ ਉਹ ਸਬੂਤ ਦੇਣ ਔਰ ਬੰਦੇ ਫੜੇ ਜਾਣ ਤੇ ਇਦੋਂ ਵਧੀਆ ਕੀ ਹੋ ਸਕਦਾ? ਕੰਵਰ ਜੀ ਮੈਨੂੰ ਗੱਲ ਕੰਪਲੀਟ ਕਰ ਲੈਣ ਦਿਓ। ਕੈਪਟਨ ਸਾਹਿਬ ਨੇ ਸੋਨੀਆ ਗਾਂਧੀ ਦੀ ਸਹੁੰ ਚੁੱਕੀ ਸੀ, ਉਹਨਾਂ ਨੇ ਸੰਵਿਧਾਨ ਦੀ ਸਹੁੰ ਚੁੱਕੀ ਸੀ, ਉਹਨਾਂ ਨੇ ਪੰਜਾਬ ਦੇ ਹਿੱਤਾਂ ਦੀ ਸਹੁੰ ਚੁੱਕੀ ਸੀ। ਉਹ ਭਾਗੀਦਾਰ ਨੇ ਇਸ ਗੱਲ ਦੇ, ਜੇ ਉਹਨਾਂ ਵੇਲੇ ਇਹ ਕੁਝ ਹੋਇਆ ਤੁਸੀਂ ਉਹਨਾਂ ਨੂੰ ਨਾਲ ਲਾਇਆ। ਹਾਂ, ਇਸ ਗੱਲ ਤੋਂ ਬਰੀ ਨਹੀਂ ਹੋ ਸਕਦੀ। ਇੱਕ ਗੱਲ, ਦੂਜੀ ਗੱਲ ਇਹ ਹੈਗੀ ਆ ਵੀ ਅਸੀਂ ਆ ਜਿਹੜਾ ਧਰਮਸੋਤ ਜੀ ਤੇ ਗਿਲਜੀਆਂ ਸਾਹਿਬ ਭੱਜੇ ਫਿਰਦੇ ਆ, ਤੇ ਇਧਰੋਂ ਹੁਣ ਆਸ਼ੂ ਜੀ ਦਾ ਵੀ ਨਾਂ ਚੱਲ ਰਿਹਾ, ਉਹ ਤਾਂ ਬੀਜੇਪੀ ਨੇ ਨਹੀਂ ਚਲਾਏ, ਉਹ ਤਾਂ ਜਿਹੜੀ ਮਾਨ ਸਰਕਾਰ ਹੈ ਉਹਨਾਂ ਕੋਲੇ ਕੋਈ ਆਈ ਹੈ ਇਨਫੋਰਮੇਸ਼ਨ। ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਸੀਗੇ ਕਿ ਸਾਨੂੰ 8 ਸਾਲਾਂ ਤੇ ਮਾਨ ਨਹੀਂ ਹੈ, ਤੁਸੀਂ ਸਾਡੀ ਚਾਹੇ ਮਨ ਨੂੰ ਕੌੜਾ ਕਰਕੇ ਪੜ੍ਹ ਲਿਓ, ਮੈਂ ਤੁਹਾਨੂੰ ਕਹੂੰਗਾ ਤਾਂ ਮੈਂ ਭੇਜ ਦਿੰਦਾ ਜਿਹੜੀਆਂ 8 ਸਾਲ ਦੀਆਂ ਉਪਲਬਧੀਆਂ ਹੈਗੀਆਂ ਨੇ। ਤੁਸੀਂ ਹੈਰਾਨ ਹੋ ਜਾਓਗੇ ਕਿ 1,67,000 ਕਰੋੜ ਰੁਪਏ ਦਾ GST ਆ ਰਿਹਾ। ਜਿਹੜਾ ਤੁਸੀਂ ਨੋਟ ਚਲੋ ਆਪਾਂ ਅਸੀਂ ਕਹਿੰਦੇ ਇੰਪੋਰਟੈਂਟ ਗੱਲ ਹੈ ਚੰਨੀ ਸਾਹਿਬ, ਉਪਲਬਧੀਆਂ ਦੇ ਮੁੱਦੇ ਤੇ ਆਪਾਂ ਵੱਖਰੇ ਤੌਰ ਤੇ ਦਾ ਵੀ 45% ਇਨਕਰੀਜ਼ ਹੋਇਆ ਪਿਛਲੇ। ਆਪਾਂ ਵੱਖਰੇ ਤੌਰ ਤੇ ਗੱਲ ਕਰ ਲਾਂਗੇ। ਆਪਾਂ ਅਮਨ ਕਾਨੂੰਨ ਦੀ ਸਥਿਤੀ ਤੇ ਗੱਲ ਕਰ ਰਹੇ ਹਾਂ, ਪੰਜਾਬ ਦੀ ਸਥਿਤੀ ਤੇ ਚਰਚਾ ਕਰ ਰਹੇ ਹਾਂ। ਮੈਂ ਇੱਕ ਅੱਧੀ ਇਸ ਮੁੱਦੇ ਤੇ ਚੰਨੀ ਸਾਹਿਬ ਇਸ ਮੁੱਦੇ ਤੇ ਜਵਾਬ ਤੁਸੀਂ ਇੱਕ ਰੂਟੀਨ ਪ੍ਰੋਸੈਸ ਹੈ। ਜਿੱਦਾਂ ਕਾਰੋਬਾਰ ਵਧਦਾ, ਜਿੱਦਾਂ ਪਾਪੂਲੇਸ਼ਨ ਵਧਦੀ ਹੈ, ਜਿੱਦਾਂ ਕੰਜ਼ੰਪਸ਼ਨ ਵਧਦੀ ਹੈ, ਉਦਾਂ ਵੱਧਦਾ GST। ਇਹਦੇ 'ਚ ਕਿਹੜੀ ਗੱਲ ਹੈ? ਰੁਪਈਏ ਦਾ ਮੁੱਲ ਨਹੀਂ। ਥੈਂਕ ਯੂ ਵੈਰੀ ਮਚ ਹਰਪ੍ਰੀਤ ਜੀ, ਥੈਂਕ ਯੂ ਪ੍ਰੈਸ ਸਾਹਿਬ। ਕਾਫੀ ਦੇਰ ਤੇ ਮੈਂ ਪ੍ਰੈਸ ਸਾਹਿਬ ਤੋਂ ਜਵਾਬ ਲੈ ਲਈਏ। ਚੰਨੀ ਜੀ ਵਾਪਸ ਆਵਾਂਗਾ ਤੁਹਾਡੇ ਵਾਲੇ ਸੇ ਮੁੱਦੇ ਤੇ ਆਪਾਂ ਫਿਰ ਦੁਬਾਰਾ ਗੱਲ ਕਰਦੇ ਹਾਂ। ਪ੍ਰੈਸ ਸਾਹਿਬ, ਜਿਸ ਮੁੱਦੇ ਤੇ ਆਪਾਂ ਅਮਨ ਦੀ ਗੱਲ ਕਰਦੇ ਹਾਂ, ਵਾਇਲੈਂਸ ਦੀ ਗੱਲ ਕਰਦੇ ਹਾਂ, ਵਿਰੋਧੀ ਧਿਰਾਂ ਵੱਲੋਂ ਜਿੱਦਾਂ ਦੇ ਪ੍ਰੋਟੈਸਟ ਕੀਤੇ ਜਾ ਰਹੇ ਆ, ਉਹ ਤਾਂ ਹਾਈ ਹੈ ਸਾਹਮਣੇ ਜੋ ਸਥਿਤੀ ਬਣੀ ਵੀ ਹੈ। ਪਰ ਦੂਜੇ ਪਾਸੇ ਜਿਹੜਾ ਭਾਜਪਾ ਵੱਲੋਂ ਉਹਨਾਂ ਵੱਲੋਂ ਕਿਹਾ ਜਾ ਕਿ ਦੇਸ਼ ਦੇ ਵਿੱਚ ਜਿੱਦਾਂ ਦੀ ਸਥਿਤੀ ਅਸੀਂ ਸੁਧਾਰ ਰਹੇ ਹਾਂ, ਉਹਦੇ ਮੁਕਾਬਲੇ 'ਚ ਪੰਜਾਬ ਦੀ ਜੋ ਹਾਲਤ ਨਿਕਲ ਰਹੀ ਹੈ, ਸਿੱਧੇ ਤੌਰ ਤੇ ਮਾਨ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੈ ਇਹ ਸਾਰੀ ਸਥਿਤੀ ਦੇ ਲਈ। ਦੇਖੋ, ਪਹਿਲੀ ਗੱਲ ਤੇ ਮੈਨੂੰ ਜਿਸ ਪੱਧਰ ਤੇ ਸਾਡੀ ਬਹਿਸ ਚੱਲ ਰਹੀ ਹੈ, ਹਰ ਕੋਈ ਆਪੋ ਆਪਣੇ ਨੂੰ ਡਿਫੈਂਸ ਦੇਣ ਦੀ ਆ, ਪਰ ਆਪਾਂ ਕਿਹੜੇ ਲੋਕੀ ਸਾਰਾ ਸਮਝ ਰਹੇ ਆ ਇਸ ਵੇਲੇ। ਪਹਿਲਾਂ ਤਾਂ ਮੈਂ ਜਿਹੜੀ ਬਹਿਸ ਹੈ ਉਹਦੇ ਤੇ ਇੱਕ ਨਿੱਕਾ ਕਮੈਂਟ ਜ਼ਰੂਰ ਕਰਨਾ ਚਾਹੀਦਾ। ਚਾਂਦੀ ਨੇ ਇਹ ਸਵਾਲ ਖੜਾ ਕੀਤਾ ਕਿ ਜੇ ਕੋਈ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਦਿੱਕਤ ਆ ਰਹੀ ਹੈ ਤਾਂ ਉਹ ਇਹ
ਪਾਰਟੀਆਂ ਜ਼ਿੰਮੇਵਾਰ ਹੈਗੀਆਂ। ਉਹ ਅਮਨ 25 ਚਾਹੁੰਦੀਆਂ ਹੀ ਨਹੀਂ ਦੋਵੇਂ। 25 ਸਾਲ ਤੁਸੀਂ ਵੀ ਉਸ ਗੱਲ ਨੂੰ ਫੋਕਸ ਕਰਕੇ ਸਵਾਲ ਨਹੀਂ ਪੁੱਛਿਆ ਤੇ ਨਾ ਉਹਨਾਂ ਨੇ ਜਵਾਬ ਦਿੱਤਾ। ਦੋਵਾਂ ਨੇ ਉਹਨਾਂ ਦਾ ਸਵਾਲ ਤੇ ਸੁਣਿਆ ਹੀ ਆ ਜਾਂਦੀ ਦਾ ਕਿ ਉਹਨਾਂ ਨੇ ਉਹਨਾਂ ਤੇ ਸਿੱਧਾ ਅਟੈਕ ਕੀਤਾ ਕਿ ਤੁਸੀਂ ਇੱਥੇ ਪੰਜਾਬ 'ਚ ਦੋਵੇਂ ਪਾਰਟੀਆਂ ਕਿਉਂਕਿ ਹੁਣ ਵਿਰੋਧੀ ਆ, ਸਾਨੂੰ ਸਰਕਾਰ ਨੂੰ ਨਹੀਂ ਚੱਲਣ ਦਿੰਦੀਆਂ, ਚੱਲਣ ਦੇਣਾ ਚਾਹੁੰਦੀਆਂ। ਇਹਦਾ ਜਵਾਬ ਦੇਣਾ ਬਣਦਾ ਸੀ। ਦੂਜੀ ਗੱਲ ਜਿਹੜਾ ਕਾਂਗਰਸ ਤੇ ਬੀਜੇਪੀ ਆਪਸ ਵਿੱਚ ਉਹਨਾਂ ਨੇ ਜਵਾਬ, ਉਹ ਕਹਿੰਦੇ ਅਸੀਂ ਜਵਾਬ ਦਿੱਤਾ, ਆਪਾਂ ਸਵਾਲ ਹੀ ਪੁੱਛਿਆ, ਉਹਨਾਂ ਨੇ ਜਵਾਬ ਹੀ ਦਿੱਤਾ ਇਸ ਮੁੱਦੇ ਤੇ। ਹਾਂ, ਉਹ ਕਹਿੰਦੇ ਆ ਕਿ ਵੀ ਸਾਡੀ ਕੋਈ ਜ਼ਿੰਮੇਵਾਰੀ ਇਸ ਵੇਲੇ ਨਹੀਂ, ਇਸ ਵੇਲੇ ਜਿਹਨਾਂ ਜਿੱਤ ਕੇ ਆਏ ਬੈਠੇ ਆ ਸੱਤਾ 'ਚ ਉਹਨਾਂ ਦੀ ਜ਼ਿੰਮੇਵਾਰੀ ਆ। ਹੁਣ ਪਿਛਲੀਆਂ ਸਰਕਾਰਾਂ ਦੇ ਨਾਲ ਤੁਸੀਂ ਮੌਜੂਦਾ ਸਰਕਾਰ ਦੀ ਤੁਲਨਾ ਕਰਕੇ ਬਚ ਨਹੀਂ ਸਕਦੇ। ਠੀਕ ਹੈ, ਪਰ ਜਿੱਥੇ ਤੱਕ ਹੁਣ ਇਹਨਾਂ ਦਾ ਆਪਸੀ ਡਿਫੈਂਸ ਦੀ ਗੱਲ ਹੈ, ਮੈਨੂੰ ਲੱਗਦਾ ਕਾਂਗਰਸ ਤੇ ਬੀਜੇਪੀ ਦਾ ਹੁਣ ਫਰਕ ਲੋਕ ਕੀ ਸਮਝਣ। ਜੇ 5 ਐਕਸ ਮਿਨਿਸਟਰ ਇੱਕੋ ਦਿਨ ਉੱਧਰ ਚਲੇ ਜਾਂਦੇ ਆ, ਬਿਸ਼ਨੋਈ ਨੂੰ ਕੱਢ ਦਿੱਤਾ, ਹੁਣ ਉਹ ਵੀ ਚਲੇ ਜਾਊਗਾ, ਹੋਰ ਸਾਰਾ ਆਪਾਂ ਨੂੰ ਕਿਵੇਂ ਆ ਪਿੱਛੇ ਜਿਹੜੀਆਂ ਰਾਜ ਸਭਾ ਦੀਆਂ ਚੋਣਾਂ ਦੇਖਦੇ ਨਹੀਂ ਸੀ ਆਪਾਂ ਕੀ ਕੁਝ ਹੋਇਆ ਸਾਡੇ ਸਾਹਮਣੇ। 100 MP ਇਸ ਵੇਲੇ ਪਾਰਲੀਮੈਂਟ ਦੇ ਅੰਦਰ ਕਾਂਗਰਸ 'ਚੋਂ ਸ਼ਿਫਟ ਹੋ ਕੇ ਬੀਜੇਪੀ 'ਚ ਬੈਠਾ ਹੋਇਆ, ਤੇ ਆਪਾਂ ਕਿਉਂ ਇੰਨੇ ਭਾਵਕ ਹੋ ਜਾਂਦੇ ਆ ਕਿ ਕੌਣ ਕਿੱਥੇ ਕੀ ਆ। ਇਹ ਮੈਨੂੰ ਲੱਗਦਾ ਜਿਹੜਾ ਵਖਰੇਵੇਂ ਹੈਗੇ ਆ ਉਹ ਬੜੇ ਉੱਪਰ ਪੱਧਰ ਦੇ ਉੱਤੇ ਆ, ਸਰਫੇਸ ਲੈਵਲ ਦੇ ਆ, ਅੰਦਰੂਨੀ ਤੌਰ ਦੇ ਉੱਤੇ ਕੋਈ ਬਹੁਤਾ ਫਰਕ ਰਿਹਾ ਨਹੀਂ। ਇਹ ਬਦਲਾਅ ਨਹੀਂ ਆ, ਜਿਹੜੇ ਬਦਲਾਅ ਦੀ ਆਪਾਂ ਗੱਲ ਕਰਦੇ ਹਾਂ ਨੈਸ਼ਨਲ ਲੈਵਲ ਤੇ ਵੀ ਤਾਂ ਬਦਲਾਅ ਹੀ ਆ। ਜਦੋਂ ਬਣੇ ਬਣਾਏ ਜਿਹੜੇ ਮੰਤਰੀ ਭਾਜਪਾ ਚਲੇ ਜਾਂਦੇ ਆ, ਦੂਜੀਆਂ ਧਿਰਾਂ ਚਲੇ ਜਾਂਦੇ ਆ, ਬਿਲਕੁਲ ਇਹ ਪੋਲੀਟੀਕਲ ਬਦਲਾਅ ਹੈ। ਨਹੀਂ ਚਲੋ ਇਹ ਤੇ ਮਤਲਬ ਮੰਡੀ ਲੱਗੀ ਹੈ, ਜਿਹੜਾ ਮਰਜ਼ੀ ਬੋਲੀ ਦੇ ਕੇ ਲੈ ਜੇ, ਤੇ ਜਿਹਦੇ ਜ਼ਿਆਦਾ ਕਾਂਗਰਸ ਦੇ ਅੰਦਰ ਕਰਪਸ਼ਨ ਦੇ ਚਾਂਸ ਹੈ ਉਹ ਸਭ ਤੋਂ ਪਹਿਲਾਂ ਭੱਜੂਗਾ। ਉਸ ਕਰਕੇ ਉਹ ਜਿਹਨੂੰ ਜਿਤਨਾ ਦਬਕਾ ਪੈਂਦਾ ਉਹ ਸਾਰਾ ਮੈਨੀਪੂਲੇਟ ਹੋ ਰਿਹਾ। ਪਾਵਰ ਜਿਹੜੀ ਉਹ ਜਿਸ ਢੰਗ ਨਾਲ ਇਸ ਵੇਲੇ ਚੱਲ ਰਹੀ ਆ, ਪੋਲਿਟਿਕਸ ਚੱਲ ਰਹੀ ਆ, ਲੋਕ ਸਾਰੇ ਬੜੇ ਸਾਫ਼ ਤੌਰ ਤੇ ਦੇਖਦੇ। ਮੈਂ ਇੱਕ ਲਾਸਟ ਗੱਲ ਕਹਿਣੀ ਆ, ਜਿਹੜਾ ਦੇਸ਼ ਦੇ ਅੰਦਰ ਅੱਜ ਕੱਲ੍ਹ ਹੋ ਰਿਹਾ ਉਹ ਪੰਜਾਬ ਦੀ ਪਰਿਸਥਿਤੀ ਨਾਲੋਂ ਅਲੱਗ ਹੈਗਾ। ਇੱਥੇ ਤੇ ਗਵਰਨੈਂਸ ਦੀ ਗੱਲ ਹੈ ਕਿ ਚਲੋ ਪੁਲਿਸ ਨਹੀਂ ਕਰ ਰਹੀ, ਸਰਕਾਰ ਕੋ ਨਹੀਂ ਹੋ ਰਿਹਾ, ਕੁਝ ਵੀ ਤੁਸੀਂ ਕਹਿ ਲਓ, ਜਾਂ ਸਾਡੇ ਪੰਜਾਬ ਦੇ ਵਿੱਚ ਹੋਰ ਕਈ ਫੈਕਟਰ ਵੀ ਹੋ ਸਕਦੇ, ਬਾਰਡਰ ਸਟੇਟ ਹੈ ਜੇ ਉਹ। ਕਸ਼ਮੀਰ 'ਚ ਕੀ ਹੋ ਰਿਹਾ, 100 ਬੰਦਾ ਇਸ ਸਾਲ ਦੇ ਵਿੱਚ ਫਾਇਰਿੰਗ ਦੇ ਵਿੱਚ ਮਾਰੇ ਗਏ, 100 ਮੁੰਡੇ ਜਾਣੀ ਜਿਸ ਤਰ੍ਹਾਂ ਦੇ 100 ਅੱਜ ਦੀ ਹਰ ਅਲਟਰਨੇਟਿਵ ਡੇ ਤੇ ਇੱਕ ਮੁੰਡਾ ਉੱਥੇ ਜਾਂ ਬੰਦਾ ਜੋ ਵੀ ਹੈ ਮਾਰਿਆ ਜਾ ਰਿਹਾ। ਆ ਜਿਹੜਾ ਸਾਰੇ ਦੇਸ਼ ਦੇ ਵਿੱਚ ਬਾਕੀ ਜਗ੍ਹਾ ਹੋ ਰਿਹਾ, ਇਹ ਤੇ ਆਪਣੇ ਹੱਥ ਦੀ ਖੇਤੀ ਆਪ ਵੀ ਕੀਤੀ ਹੋਈ ਹੈ ਨਾ। 24 ਘੰਟੇ ਆਪਾਂ ਦੇਸ਼ ਦੇ ਵਿੱਚ ਹਿੰਦੂ ਮੁਸਲਿਮ ਕਰਕੇ ਹਾਰ ਕੇ ਮੋਹਨ ਭਗਵਤ ਨੂੰ ਕਹਿਣਾ ਪਿਆ ਵੀ ਤੁਸੀਂ ਹਰ ਮਸਜਿਦ 'ਚ ਜਾ ਕੇ ਸ਼ਿਵਲਿੰਗ ਨਾ ਲੱਭੋ, ਜਾ ਕੇ ਉਹਨੂੰ ਇੰਟਰਵੀਨ ਕਰਨਾ ਪਿਆ। ਹਾਲਾਤ ਸਾਡੀ ਇਹ ਬਣੀ ਹੈ ਕਿ ਅਸੀਂ ਦੁਨੀਆ ਦੇ ਵਿੱਚ ਬਾਕੀ ਸਾਰਿਆਂ ਦੇਸ਼ਾਂ ਦੇ ਨਾਲੋਂ ਅਲੱਗ ਥਲੱਗ ਪੈ ਰਹੇ ਹਾਂ। ਇਹਨਾਂ ਉੱਥੇ ਤੂਫਾਨ ਤੇ ਭੁਚਾਲ ਸਾਡੇ ਵਿਰੁੱਧ ਖੜਾ ਹੋਇਆ, ਉਹਦੇ ਕਰਕੇ ਇੰਟਰਵੈਂਸ਼ਨ ਤੇ ਹੋਈ। ਆਪਣੇ ਇੰਡੀਅਨ ਗੌਰਮੈਂਟ ਨੂੰ ਵੀ ਥੋੜ੍ਹੀ ਜਿਹੀ ਮੋਦੀ ਨੂੰ, ਅਮਿਤ ਸ਼ਾਹ ਨੂੰ ਸਮਝ ਪੈ ਗਈ ਹੈ ਕਿ ਇਹ ਉਸ ਪੱਧਰ ਤੇ ਨਹੀਂ ਚੱਲਣਾ। ਇਸੇ ਕਰਕੇ ਮੋਹਨ ਭਗਵਤ ਦਾ ਵੀ ਬਿਆਨ ਆ ਰਿਹਾ। ਪਰ ਧਰਾਤਲ ਲੈਵਲ ਤੇ ਜੋ ਯੋਗੀ ਜੀ ਕਰ ਰਹੇ ਆ, ਸਬਕ ਸਿਖਾਓ ਇਹਨਾਂ ਨੂੰ, ਪੁਲਿਸ ਨੂੰ ਕਹਿ ਰਿਹਾ ਕਿ ਐਸਾ ਸਬਕ ਸਿਖਾਓ। ਮਤਲਬ ਕੀ ਹੈ ਕਿ ਘਰ ਢਾਓ ਤੁਸੀਂ ਜਾ ਕੇ, ਤੇ ਜੋ ਉਹਦੇ ਨਾਲ ਭਰਸਨਾ ਹੋ ਰਹੀ ਹੈ, ਮੇਰਾ ਖਿਆਲ ਹੈ ਕਿ 20 ਕਰੋੜ ਪਾਪੂਲੇਸ਼ਨ ਮੁਸਲਮਾਨਾਂ ਦੀ ਇਸ ਦੇਸ਼ ਦੇ ਅੰਦਰ ਹੈ। ਉਹਨਾਂ ਨੂੰ ਤੁਸੀਂ ਕੀ ਇਸ ਤਰੀਕੇ ਨਾਲ ਹੀ ਕਾਰਨਰ ਕਰਕੇ ਦੇਸ਼ ਨੂੰ ਚਲਾ ਲੋਗੇ? ਕੀ ਆਪਾਂ ਹੁਣ ਨਵੇਂ ਪਾਕਿਸਤਾਨ ਵਰਗੇ ਹਾਲਾਤ ਬਣਾਉਣਾ ਚਾਹੁੰਦੇ ਆ? ਬਿਲਕੁਲ ਇੰਪੋਰਟੈਂਟ ਮੁੱਦਾ ਹੈ। ਚੰਨੀ ਸਾਹਿਬ ਇਸ ਮੁੱਦੇ ਤੇ ਦਿਓਗੇ ਜਵਾਬ? ਆਪਾਂ ਗੱਲ ਕਰਦੇ ਹਾਂ ਪੰਜਾਬ ਦੀ, ਉਹ ਕਹਿੰਦੇ ਬਿਲਕੁਲ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਾਰੇ ਕੋਈ ਦੋ ਰਾਹ ਨਹੀਂ, ਇੱਥੇ ਵੀ ਸਥਿਤੀ ਕਾਬੂ ਹੇਠ ਆਉਣੀ ਚਾਹੀਦੀ ਹੈ। ਪਰ ਕੌਮੀ ਪੱਧਰ ਤੇ ਉਹ ਕਹਿੰਦੇ ਕਰੋੜਾਂ ਦੀ ਜਿਹੜੀ ਪਾਪੂਲੇਸ਼ਨ ਹੈ, ਜਿਸ ਤਰੀਕੇ ਨਾਲ ਉਹਨੂੰ ਅਲੱਗ ਥਲੱਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੌਮੀ ਪੱਧਰ ਤੇ ਨਹੀਂ ਕੌਮਾਂਤਰੀ ਪੱਧਰ ਤੇ ਅਸੀਂ ਅਲੱਗ ਥਲੱਗ ਪੈਂਦੇ ਜਾ ਰਹੇ ਹਾਂ। ਇਹਨਾਂ ਪਰਿਸਥਿਤੀਆਂ ਨੂੰ ਕੌਣ ਵੇਖੇਗਾ? ਕੀ ਕੁਝ ਹੋ ਰਿਹਾ ਹੈ ਦਿਨ ਦੇਸ਼ ਦੇ ਅੰਦਰ? ਇਹ ਸਵਾਲ ਪ੍ਰੋਫੈਸਰ ਮਨਜੀਤ ਸਿੰਘ ਨੇ ਉਠਾਇਆ ਭਾਜਪਾ ਬਾਰੇ। ਜੀ ਚੰਨੀ ਸਾਹਿਬ, ਮੈਂ ਦਿੰਦਾ ਉਹਦਾ ਜਵਾਬ ਜੀ। ਗੱਲ ਇਹ ਹੈਗੀ ਹੈ ਕਿ ਨੂਪੁਰ ਸ਼ਰਮਾ ਨੇ ਤੇ ਮਿਸਟਰ ਜਿੰਦਲ ਨੇ, ਉਹਨਾਂ ਦੀ ਜ਼ਿੰਮੇਵਾਰੀ ਸੀ ਜਿਹੜੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਉਹਨਾਂ ਨੂੰ ਦੋਨਾਂ ਨੂੰ ਪਾਰਟੀ ਨੇ ਸਸਪੈਂਡ ਕਰ ਦਿੱਤਾ ਔਰ FIR ਵੀ ਹੋ ਚੁੱਕੀ। ਪਰ ਦੇਖੋ, ਜੇ ਕੋਈ ਬੰਦਾ ਆਪਣਾ ਦਾ ਜਿਹੜਾ ਧਰਮ ਹੈ ਉਹ ਵੀ ਸਭ ਅਵਲ ਅੱਲਾ ਨੂਰ ਪਾਇਆ ਦੀ ਗੱਲ ਆਪਾਂ ਕਰਦੇ ਹਾਂ, ਤੇ ਜਿਹੜਾ ਦੇਸ਼ ਹੈ ਉਹ ਵੀ ਸੈਕੂਲਰ ਹੈ, ਲੋਕ ਵੀ ਸਾਰੇ ਅਸੀਂ ਇਕੱਠੇ ਰਹਿ ਰਹੇ ਹਾਂ, ਟਾਈਮ ਮੈਮੋਰੀਅਲ ਤੋਂ ਰਹਿ ਰਹੇ ਹਾਂ, ਕੋ ਐਗਜ਼ਿਸਟ ਕਰ ਰਹੇ ਹੈਗੇ। ਮਤਲਬ ਜੇ ਕਿਸੇ ਬੰਦੇ ਨੇ ਕੋਈ ਗਲਤ ਗੱਲ ਕਹਿ ਦਿੱਤੀ, ਉਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਜੁਮੇ ਦੀ ਨਮਾਜ਼ ਤੋਂ ਬਾਅਦ ਤੇ ਤੁਸੀਂ ਉੱਥੇ ਰੋੜਾ ਪੱਤਰ ਫਲਾਣਾ ਢੀਂਗਾ। ਉਹ ਤਾਂ ਵੈਸੀ ਜੀ ਨੇ ਵੀ ਕਹਿਤਾ ਵੀ ਮੈਂ ਵੀ ਕਿਸੇ ਵੀ ਜਿਹੜਾ ਬੰਦਾ ਗਲਤ ਕੰਮ ਕਰਦਾ ਹੈਗਾ, ਵਾਇਲੈਂਸ ਕ੍ਰੀਏਟ ਕਰਦਾ ਹੈਗਾ, ਉਹਦੇ ਨਾਲ ਮੈਂ ਨਹੀਂ ਹੈਗਾ। ਤੇ ਗਾਂਧੀ ਜੀ ਨੇ ਵੀ ਕਿਹਾ ਸੀ ਕਿ ਆਈ ਫਾਰ ਆਈ ਦੀ ਜਿਹੜੀ ਫਿਲਾਸਫੀ ਹੈ, ਦੈਟ ਵਿਲ ਮੇਕ ਦੀ ਹੋਲ ਵਰਲਡ ਬਲਾਈਂਡ।
ਦੈਟਸ ਨਾਟ ਦੀ ਪਾਲਿਸੀ। ਚੰਨੀ ਸਾਹਿਬ ਬਿਲਕੁਲ ਠੀਕ। ਚੰਨੀ ਸਾਹਿਬ ਇੱਕ ਗੱਲ ਜਿਹੜੀ ਹੈਗੀ ਆਪਣੇ ਕੋਲ ਸਮਾਂ ਵੀ ਨਹੀਂ ਹੈ। ਚੰਨੀ ਸਾਹਿਬ ਜਿਹੜੀ ਗੱਲ ਬਿਲਕੁਲ, ਵਾਇਲੈਂਸ ਨੂੰ ਕੋਈ ਵੀ ਚੰਗਾ ਨਹੀਂ ਕਹੇਗਾ, ਪਰ ਵਾਇਲੈਂਸ ਦੀ ਜਦੋਂ ਗੱਲ ਹੁੰਦੀ ਹੈ ਤਾਂ ਜਿਸ ਤਰੀਕੇ ਨਾਲ ਵਿਰੋਧੀਆਂ ਦੇ ਘਰਾਂ 'ਤੇ ਬਲਡੋਜ਼ਰ ਘੁਮਾਏ ਜਾਂਦੇ ਹੈ ਔਰ ਪੁਲਿਸ ਉੱਤੇ ਖੜੀ ਆ, ਉਹ ਕਹਿੰਦੀ ਸਾਡਾ ਇਹ ਕੰਮ ਨਹੀਂ, ਇਹ ਤਾਂ ਜਿਹੜਾ ਨਕਸ਼ਾ ਬਣਿਆ ਨਕਸ਼ਾ ਸਹੀ ਨਹੀਂ, ਇਸ ਕਰਕੇ ਇੱਦਾਂ ਦੇਸ਼ 'ਚ ਕਿੰਨੇ ਕੁ ਮਕਾਨ ਢਾਏ ਜਾਣਗੇ ਜਿਨ੍ਹਾਂ ਦੇ ਨਕਸ਼ੇ ਸਹੀ ਨਹੀਂ ਹੈ। ਸਵਾਲ ਤਾਂ ਇਹ ਹੈ ਨਾ ਚੰਨੀ ਸਾਹਿਬ। ਚੰਨੀ ਜੀ ਮੇਰੀ ਬੇਨਤੀ ਵੀ ਨਿੱਕੀ ਜੀ ਨਾਲ ਹੀ ਲੈ ਲਿਓ। ਸਵਾਲ ਇਹ ਨਹੀਂ ਹੈ ਅਸੀਂ ਕੋਈ ਦੂਸ਼ਣਬਾਜ਼ੀ ਨਹੀਂ, ਅਸੀਂ ਸਾਰੇ ਦੇਸ਼ ਭਗਤ ਹਾਂ, ਸਾਰੇ ਚਾਹੁੰਦੇ ਹਾਂ ਦੇਸ਼ ਇਕੱਠਾ ਰਹੇ। ਹੁਣ ਸਵਾਲ ਇਹ ਹੈ ਕਿ ਜਦੋਂ ਧਰਮ ਸੰਸਦ ਹੁੰਦੀ ਹੈ ਜਗ੍ਹਾ ਜਗ੍ਹਾ ਤੇ, ਦਿੱਲੀ ਤੋਂ ਲੈ ਕੇ ਜਗ੍ਹਾ ਜਗ੍ਹਾ ਬਾਕੀ ਸਾਰਿਆਂ ਤੇ, ਜੋ ਉੱਥੇ ਭਾਸ਼ਣ ਹੁੰਦੇ ਉਹਨਾਂ ਨੂੰ ਕਿਉਂ ਨਹੀਂ ਜੇਲ੍ਹ 'ਚ ਦਿੱਤਾ ਜਾਂਦਾ, ਉਹਨਾਂ ਤੇ UAPA ਕਿਉਂ ਨਹੀਂ ਲਾਇਆ ਜਾਂਦਾ? ਅੱਜ ਵੀ ਪ੍ਰਗਿਆ ਠਾਕਰ ਨੇ ਇਹ ਨੂਪਰ ਸ਼ਰਮਾ ਨੂੰ ਕਿਹਾ ਕਿਹੜੀ ਗੱਲ ਗਲਤ ਕਹੀ ਆ, ਹੁਣ ਬਿਆਨ ਦੇ ਕੇ ਕਿਹਾ ਉਹ ਤੁਹਾਡੀ MP ਆ, ਕਿਉਂ ਨਹੀਂ ਉਹਨੂੰ ਉਹਦੇ ਤੇ ਕੋਈ ਐਕਸ਼ਨ ਲੈਂਦੇ? ਚੰਨੀ ਸਾਹਿਬ ਪਲੀਜ਼, ਆਪਾਂ ਬਾਕੀ ਮਹਿਮਾਨਾਂ ਤੋਂ ਵੀ ਸਵਾਲ ਲੈਣੇ ਪਲੀਜ਼। ਚੰਨੀ ਸਾਹਿਬ ਮੈਂ ਹਰ ਚੀਜ਼ ਦੱਸਦਾ ਹਾਂ ਪਾਰਟੀ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਖੁਦ ਕਿਹਾ ਜੇ ਡਾਕਟਰ ਮੋਹਨ ਭਾਗਵਤ ਇਹ ਬਿਆਨ ਦੇ ਸਕਦੇ ਆ, ਐਜ਼ ਏ ਮੈਟਰ ਆਫ ਪਾਲਿਸੀ ਗੱਲ ਕਰ ਸਕਦੇ ਆ ਕਿ ਅਸੀਂ ਹਰੇਕ ਮੰਦਰ ਦੇ ਹਰੇਕ ਮਸਜਿਦ ਦੇ ਵਿੱਚੋਂ ਨਹੀਂ ਇਹ ਚੀਜ਼ਾਂ ਲੱਭਣੀਆਂ। ਇਹਦਾ ਮਤਲਬ ਇਹ ਹੈ ਕਿ ਜਿਹੜੀ ਸਾਡੀ ਵਿਰਾਸਤ ਹੈ ਅਸੀਂ ਉਹ ਵਿਰਾਸਤ ਨੂੰ ਐਜ਼ ਇਟ ਇਜ਼ ਰੱਖਣਾ ਚਾਹੁੰਦੇ ਹਾਂ। ਇੱਕ ਵਰਸ਼ਿਪ ਐਕਟ ਵੀ ਬਣਿਆ ਹੋਇਆ ਜਿਹਦੇ ਤਹਿਤ ਵੀ ਹੈਗਾ ਕਿ ਅਸੀਂ ਉਸ ਤੋਂ ਬਾਅਦ ਨਹੀਂ ਖਿਲਾਰੇ ਪਾ ਰਹੇ, ਚਾਹੇ ਕੁਝ ਵੀ ਹੋਵੇ। ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਕਿ ਜਿਹੜਾ ਬੰਦਾ ਤਾਕਤ ਦੇ ਵਿੱਚ ਆਉਂਦਾ ਹੈ ਉਹ ਬਹੁਤ ਕੁਝ ਕਰਦਾ ਹੈ। ਔਰ ਇਹ ਜਿਹੜੇ ਮੁਗਲ ਆਏ ਸੀ ਉਹ ਨਾਲ ਨਹੀਂ ਲੈ ਕੇ ਆਏ ਸੀ ਸੋਮਨਾਥ ਦਾ ਮੰਦਿਰ ਜਾਂ ਕੁਤੁਬ ਮੀਨਾਰ ਜਾਂ ਜਿਹੜੀਆਂ ਬਾਕੀ ਚੀਜ਼ਾਂ ਹੈਗੀਆਂ ਨੇ। ਚਲੋ ਸਰ, ਉਹ ਤਾਂ ਹਿਸਟਰੀ ਦਾ ਬਹੁਤ ਵੱਡਾ ਖਿਲਾਰਾ ਹੈ, ਉਹਦੇ ਤੇ ਬਹੁਤ ਕੁਝ ਕਿਹਾ ਜਾ ਸਕਦਾ ਹੈ। ਆਪਾਂ ਮੌਜੂਦਾ ਸੰਦਰਭ ਦੇ ਵਿੱਚ ਹੀ ਗੱਲ ਕਰੀਏ ਕਿ ਆਖਰ ਕਿਉਂ ਇਹੋ ਜਿਹਾ ਮਾਹੌਲ ਬਣ ਰਿਹਾ ਹੈ। ਮੈਂ ਇਹ ਕਹਿ ਰਿਹਾ ਕਿ ਪਾਰਟੀ ਹਰ ਬੰਦੇ ਦੀ, ਈਵਨ ਮੇਰੀ ਸਟੇਟਮੈਂਟ ਵੀ ਵਾਚ ਹੋ ਰਹੀ, ਹਰ ਬੰਦੇ ਦੀ ਸਟੇਟਮੈਂਟ ਵਾਚ ਹੋ ਰਹੀ ਹੈ। ਜਿਹੜਾ ਬੰਦਾ ਵੀ ਦੇਸ਼ ਦੇ ਸੈਕੂਲਰਿਜ਼ਮ ਨੂੰ ਹਿੱਟ ਕਰੇਗਾ, ਚਾਹੇ ਉਹ BJP ਦਾ ਬੰਦਾ ਹੈ, ਚਾਹੇ ਉਹ RS ਦਾ ਬੰਦਾ, ਚਾਹੇ ਕੋਈ ਹੋਰ ਹੈ, ਉਹਨੂੰ ਨਹੀਂ ਬਖਸ਼ਿਆ ਜਾਏ। ਓਕੇ, ਥੈਂਕ ਯੂ ਵੈਰੀ ਮੱਚ। ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ। ਰਮਨ ਜੀ, ਤੁਹਾਡੇ ਮੁੱਦੇ ਤੇ ਵੀ ਮੈਂ ਗੱਲ ਜ਼ਰੂਰ ਲੈਣੀ ਚਾਹਾਂਗਾ। ਵਿਰੋਧੀ ਧਿਰਾਂ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਵੀ ਜਿਸ ਤਰੀਕੇ ਨਾਲ ਵਿਰੋਧੀਆਂ ਤੇ ਕੇਸ ਬਣਾ ਕੇ ਉਹਨਾਂ ਨੂੰ ਡਰਾਉਣ ਦੀ, ਧਮਕਾਉਣ ਦੀ ਨੀਤੀ ਤੇ ਚੱਲ ਰਹੇ ਹੋ ਤੇ ਅਮਨ ਕਾਨੂੰਨ ਆਪਣੇ ਤੋਂ ਕਾਬੂ ਨਹੀਂ ਆ ਰਿਹਾ। ਆਪਾਂ ਜਿਹੜਾ ਮੁੱਦੇ ਤੋਂ ਭੜਕਾਉਣ ਲਈ ਇਹੋ ਜਿਹੀਆਂ ਕਾਰਵਾਈਆਂ ਮਗਰ ਲੱਗੀ ਵੀ ਆਮ ਆਦਮੀ ਪਾਰਟੀ ਤੇ ਉਹਦੀ ਸਰਕਾਰ। ਲਾਸਟ ਕਮੈਂਟ ਤੁਹਾਡੇ। ਸਿੱਧੂ ਸਾਹਿਬ, ਅਮਨ ਕਾਨੂੰਨ ਦੀ ਜਿਹੜੀ ਪੰਜਾਬ ਦੀ ਗੱਲ ਹੈ, ਜਿੱਥੇ ਜਿੱਥੇ ਵੀ ਵਾਇਓਲੇਸ਼ਨ ਪੰਜਾਬ ਦੇ ਵਿੱਚ ਹੋਇਆ ਉਹਨਾਂ ਸਾਰੀਆਂ ਚੀਜ਼ਾਂ ਦਾ ਕਿਤੇ ਨਾ ਕਿਤੇ ਠੀਕ ਹੈ ਸਿੱਧੂ ਮੂਸੇਵਾਲੇ ਵਰਗੇ ਹਾਈਲਾਈਟਡ ਕੇਸ ਦੇ ਵਿੱਚ, ਕਿਉਂਕਿ ਵੱਡਾ ਮੁੱਦਾ ਸੀ। ਹਲੇ ਸਾਡੀਆਂ ਏਜੰਸੀਆਂ ਥੋੜੀ ਜਿਹੀ ਦੂਰ ਨੇ, ਕੁਝ ਹੀ ਦਿਨਾਂ ਦੇ ਵਿੱਚ ਆਪਣੇ ਏਜੰਸੀਆਂ ਪ੍ਰੈਸ ਕਾਨਫਰੰਸ ਕਰਨਗੀਆਂ। ਪੰਜਾਬ ਸਰਕਾਰ ਕੱਲਾ ਕੱਲਾ ਬਾਇਓਡਾਟਾ ਦੇਗੀ ਕਿ ਕਿੱਥੋਂ ਹੋਇਆ, ਕਿਉਂ ਹੋਇਆ, ਕਿੰਨੀ ਦੇਰ ਤੋਂ ਇਹ ਚੱਲ ਰਿਹਾ ਸੀ ਕੰਮ। ਰਹੀ ਗੱਲ ਵਿਰੋਧੀਆਂ ਨੂੰ, ਜਿਹੜੇ ਸਾਬਕਾ ਮਿਨਿਸਟਰ ਨੇ ਉਹਨਾਂ ਦੇ ਉੱਤੇ ਕੇਸ ਪਾਉਣ ਦੀ ਗੱਲ, ਦੇਖੋ ਅਸੀਂ ਜਦੋਂ ਵਿਰੋਧੀ ਧਿਰ ਦੇ ਵਿੱਚ ਬੈਠੇ ਸੀ, ਅਸੀਂ ਉਸ ਸਮੇਂ ਵੀ ਆਵਾਜ਼ ਚੁੱਕਦੇ ਸੀ ਕਿ ਪੰਜਾਬ ਨੂੰ ਦੋਨਾਂ ਹੱਥਾਂ ਨਾਲ ਲੁੱਟਿਆ ਔਰ ਕੁੱਟਿਆ ਜਾ ਰਿਹਾ। ਧਰਮ ਸੋਚੀ ਦੇ ਉੱਪਰ ਪਹਿਲਾਂ ਵੀ ਐਲੀਗੇਸ਼ਨ ਲੱਗੇ ਸੀ, ਗਏ ਨੇ ਮੰਤਰੀ, ਉਹਨਾਂ ਤੇ ਵੀ ਐਲੀਗੇਸ਼ਨ। ਰਮਨ ਜੀ ਸਰ, ਰਮਨ ਜੀ ਸਮਾਜ ਆਜ ਤੇ ਨਹੀਂ, ਰਮਨ ਜੀ ਸਮਾਜ ਆਜ ਤੇ ਨਹੀਂ ਦੇ ਰਿਹਾ। ਸਾਰਾ ਕੁਝ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੋ ਰਿਹਾ। ਇਹ ਕਦੇ ਵੀ ਨਹੀਂ ਹੋਏਗਾ ਕਿ ਵੈਂਡੈਟਾ ਪੋਲਿਟਿਕਸ ਹੈ ਜਿਹੜੀ ਉਹ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਅਕਾਲੀ ਭਾਜਪਾ ਕਾਂਗਰਸ ਨਾਲ ਖੇਡਦੇ ਹੁੰਦੇ ਸੀ, ਇਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਕਦੇ ਵੀ ਪ੍ਰਗਟ ਨਹੀਂ ਪਾਏਗੀ। ਜੋ ਕੁਝ ਵੀ ਹੋਏਗਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੋਏਗਾ। ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਸਲਾਖਾਂ ਦੇ ਵਿੱਚ ਪਹੁੰਚਾਇਆ ਗਿਆ, ਉਹ ਸਮੇਂ 'ਚ ਵੀ ਪਹੁੰਚਾਇਆ ਜਾਏਗਾ। ਚਲੋ ਮਿਹਰਬਾਨੀ। ਅਸੀਂ ਉਮੀਦ ਕਰਦੇ ਹਾਂ ਕਿ ਬਦਲੇ ਦੀ ਭਾਵਨਾ ਨਾਲ ਕਾਰਵਾਈ ਨਹੀਂ ਕੀਤੀ ਜਾਏਗੀ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਬੇਨਤੀ ਪ੍ਰਵਾਨ ਕਰਕੇ ਇਸ ਮੁੱਦੇ ਤੇ ਆਏ। ਮੁੱਦਾ ਜਿਸ ਤਰੀਕੇ ਨਾਲ ਆਪਾਂ ਚਰਚਾ ਸ਼ੁਰੂ ਕੀਤੀ ਹੈ, ਸਿੱਧੂ ਮੂਸੇਵਾਲਾ, ਉਹਦੇ ਦੋ ਕਾਤਲ ਜਿਹੜੇ ਹੈਗੇ ਆ ਉਹਨਾਂ ਨੂੰ ਅੱਜ ਕਾਬੂ ਕੀਤਾ ਗਿਆ। ਉਮੀਦ ਕਰਦੇ ਹਾਂ ਕਿ ਬਹੁਤ ਵੱਡਾ ਮਾਮਲਾ ਹੈ। ਦੁਨੀਆ ਭਰ 'ਚ ਬੈਠੇ ਪੰਜਾਬੀਆਂ ਦੇ ਸਾਹਮਣੇ ਸੱਚ ਆਉਣਾ ਚਾਹੀਦਾ ਕਿ ਆਖਰ ਇਸ ਕਤਲ ਦੇ ਪਿੱਛੇ ਕਿਹੜੀਆਂ ਫੋਰਸਿਸ ਹੈ। ਅਮਨ ਕਾਨੂੰਨ ਦਾ ਸਵਾਲ ਹੈ, ਚਾਹੇ ਪੰਜਾਬ ਹੈ ਚਾਹੇ ਦੇਸ਼ ਹੈ, ਇਸ ਗੱਲ ਦੀ ਕੋਈ ਵੀ ਖੁੱਲ੍ਹ ਨਹੀਂ ਲੈ ਸਕਦਾ ਕਿ ਧਰਮ ਦੇ ਨਾਂ 'ਤੇ ਜਾਂ ਕਿਸੇ ਜਾਤ ਦੇ ਨਾਂ 'ਤੇ ਇੱਕ ਵਾਇਲੈਂਸ ਨੂੰ ਸਹੀ ਠਹਿਰਾਇਆ ਜਾਵੇ ਤੇ ਦੂਜੇ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾਣ। ਇਹਨਾਂ ਮੁੱਦਿਆਂ 'ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਮੈਂ ਮੁੜ ਕੇ ਇੱਕ ਵਾਰ ਮਹਿਮਾਨਾਂ ਦਾ ਧੰਨਵਾਦੀ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ।